हेलो एवरीवन, मेरा नाम निष्ठा बंसल है। मैं एक फाइनल ईयर स्टूडेंट ਹਾਂ एम्स भोपाल। मैंने अपना नीट 2020 ਕੀਤਾ ਸੀਗਾ ਤੇ ਮੇਰੇ ਮਾਰਕਸ 683 ਸੀਗੇ ਤੇ ਮੇਰਾ ਰੈਂਕ 484 ਸੀਗਾ। ਤਾਂ ਅੱਜ ਆਪਾਂ ਇੱਕ ਨਵਾਂ ਚੈਪਟਰ ਸਟਾਰਟ ਕਰਾਂਗੇ ਜਿਹਦਾ ਨਾਮ ਹੈ ਐਨਾਟਮੀ ਆਫ ਫਲਾਵਰਿੰਗ ਪਲਾਂਟਸ। ਸੋ ਇਹਦੇ ਅੰਦਰ ਸਟਾਰਟਿੰਗ ਚ ਇੱਕ ਇੰਟਰੋਡਕਸ਼ਨ ਦਿੱਤੀ ਗਈ ਹੈ ਜਿਹਦਾ ਹੈ ਕਿ ਯੂ ਕੈਨ ਵੈਰੀ ਈਜ਼ੀਲੀ ਸੀ ਦ ਸਟਰਕਚਰਲ ਸਿਮਿਲੈਰਿਟੀਜ਼ ਐਂਡ ਵੇਰੀਏਸ਼ਨਸ ਇਨ ਐਕਸਟਰਨਲ ਮੋਰਫੋਲੋਜੀ ਆਫ ਦ ਲਾਰਜਰ ਲਿਵਿੰਗ ਆਰਗੈਨਿਜ਼ਮਸ। ਕਿ ਐਕਸਟਰਨਲ ਮੋਰਫੋਲੋਜੀ ਤਾਂ ਈਜ਼ੀਲੀ ਦਿਖਦੀ ਹੈ ਤੇ ਉਹਦੇ ਬੇਸਿਸ ਤੇ ਸਟਰਕਚਰਲ ਸਿਮਿਲੈਰਿਟੀ ਵੀ ਦਿਖਦੀ ਤੇ ਵੇਰੀਏਸ਼ਨਸ ਵੀ ਦਿਖਦੀ ਹੈ। ਇਹ ਸਾਰੀ ਚੀਜ਼ਾਂ ਇਨ ਕੰਟੀਨਿਊਏਸ਼ਨ ਹੈ ਵਿਦ ਆਲ ਦੀ ਚੈਪਟਰਸ ਜਿਹੜੇ ਹੁਣ ਤੱਕ ਇਸ ਤੋਂ ਪਹਿਲਾਂ ਪੜ੍ਹੇ ਗਏ ਹਨ, ਜਿਹੜੇ ਜਾਂ ਇਸ ਤੋਂ ਬਾਅਦ ਆਣਗੇ। ਕਿ ਹਮੇਸ਼ਾ ਆਪਾਂ ਮੋਰਫੋਲੋਜੀ ਦੀ ਗੱਲ ਕਰਦੇ ਹਾਂ ਕਿ ਮੋਰਫੋਲੋਜੀ ਦੇ ਬੇਸਿਸ ਤੇ ਹੀ ਕਲਾਸੀਫਿਕੇਸ਼ਨ ਆਫ ਪਲਾਂਟ ਤੇ ਐਨੀਮਲ ਸਟਾਰਟ ਹੋਈ ਸੀ, ਉਹਦੇ ਬੇਸਿਸ ਤੇ ਹੀ ਸਟਾਰਟ ਹੋਇਆ ਸੀ ਪੂਰਾ ਡਾਇਵਰਸਿਟੀ ਦਾ ਕਲਾਸੀਫਿਕੇਸ਼ਨ। ਐਂਡ ਉਸ ਤੋਂ ਬਾਅਦ ਫਿਰ ਕੁਝ ਫੀਚਰ ਸਿਰਫ ਮੋਰਫੋਲੋਜੀ ਦੇ ਬੇਸਿਸ ਤੇ ਸਿਮਿਲਰ ਰਿਲੇਟਿੰਗ ਪਲਾਂਟ ਦੀ ਸਪੀਸੀਜ਼ ਅਲੱਗ ਹੋ ਗਈਆਂ ਸੀਗੀਆਂ। तो ਉਸ ਕਰਕੇ ਫਿਰ ਆਈ ਸੀ ਫਲੋਰਲ ਸਪੀਸੀਜ਼, ਮਤਲਬ ਫਲੋਰਲ ਕੈਰੈਕਟਰ ਸੌਰੀ। ਫਿਰ ਉਸ ਤੋਂ ਬਾਅਦ ਆਪਾਂ ਨੇ ਅਨਾਟਮੀ ਵੀ ਇੰਕਲੂਡ ਕਰਨੀ ਸ਼ੁਰੂ ਕੀਤੀ ਤੇ ਫਾਈਲੋਜੈਨੀ ਵੀ ਇੰਕਲੂਡ ਕਰਨੀ ਸ਼ੁਰੂ ਕੀਤੀ। ਤਾਂ ਹੁਣ ਅਨਾਟਮੀ ਦੇ ਕੀ ਫੀਚਰਸ ਹੈ ਤੇ ਉਹ ਕਿਵੇਂ ਕਲਾਸੀਫਾਈ ਹੁੰਦੇ ਨੇ ਤੇ ਅਰੇਂਜਮੈਂਟ ਆਫ ਟਿਸ਼ੂ ਕੀ ਹੈ ਫਲਾਵਰਿੰਗ ਪਲਾਂਟਸ ਦੇ ਅੰਦਰ, ਹੁਣ ਆਪਾਂ ਉਹ ਸਭ ਚੀਜ਼ਾਂ ਦੇਖਾਂਗੇ। ਤਾਂ ਐਕਸਟਰਨਲ ਮੋਰਫੋਲੋਜੀ ਤਾਂ ਆਪਾਂ ਨੂੰ ਈਜ਼ੀਲੀ ਬਾਹਰੋਂ ਦਿਖਦੀ ਹੈ। ਤਾਂ ਉਸ ਤੋਂ ਬਾਅਦ ਆ ਜਾਂਦੇ ਕਿ ਜਿਹੜੇ ਬਹੁਤ ਪਲਾਂਟਸ ਐਂਡ ਐਨੀਮਲਸ ਹੈ, similarly if we were to study the internal structure, one also finds several similarities as well as differences. This chapter introduces you to the internal structure, functional organization of the higher plants. Study of anatomy किन्हें बोलते हैं? The study of internal structure of the plants is called anatomy. Plants have cells as basic unit. Cells की basic units हैं। ते organize होंगे ने tissue के अंदर। ਤੇ ਇੰਟਰਨ ਜਿਹੜੇ ਟਿਸ਼ੂ ਹੈ ਉਹ ਆਰਗੇਨਾਈਜ਼ ਹੁੰਦੇ ਨੇ ਆਰਗਨਸ ਦੇ ਅੰਦਰ। ਤਾਂ ਡਿਫਰੈਂਟ ਆਰਗਨਸ ਸ਼ੋ ਡਿਫਰੈਂਸਸ ਇਨ देयर ਇੰਟਰਨਲ ਸਟਰਕਚਰ। ਇਹ ਤਾਂ ਆਬਵੀਅਸ ਹੈ ਕਿ ਸਭ ਦੇ ਸਾਰੇ ਆਰਗਨਸ ਦਾ ਹੁਣ ਇੰਟਰਨਲ ਸਟਰਕਚਰ ਸੇਮ ਤਾਂ ਨਹੀਂ ਹੋਏਗਾ, ਉਹਦਾ ਇੰਟਰਨਲ ਸਟਰਕਚਰ ਅਲੱਗ ਵੀ ਹੋਏਗਾ। ਤਾਂ ਕੀ ਹੁੰਦਾ ਕਿ ਵਿਦਿਨ ਐਂਜੀਓਸਪਰਮਸ ਦ ਮੋਨੋਕੌਟਸ ਐਂਡ ਡਾਇਕੌਟਸ ਆਰ ਆਲਸੋ ਸੀਨ ਟੂ ਬੀ ਐਨਾਟੋਮਿਕਲੀ ਡਿਫਰੈਂਟ। ਕੀ ਹੁੰਦਾ ਕਿ ਜਿਹੜਾ ਮੋਨੋਕੌਟਸ ਤੇ ਡਾਇਕੌਟਸ ਹੈ ਉਹ ਵੀ ਐਨਾਟੋਮਿਕਲੀ ਡਿਫਰੈਂਟ ਹੁੰਦੇ ਨੇ। ਇੰਟਰਨਲ ਸਟਰਕਚਰ ਆਲਸੋ ਸ਼ੋ ਅਡੈਪਟੇਸ਼ਨਸ ਟੂ ਡਾਈਵਰਸ এনवायरमेंट्स। ਇਹਨਾਂ ਦੇ ਅੰਦਰ ਅਡੈਪਟੇਸ਼ਨਸ ਵੀ ਹੁੰਦੀਆਂ ਨੇ ਡਾਈਵਰਸ এনवायरमेंट। ਹੁਣ ਆ ਜਾਂਦੇ ਦ ਟਿਸ਼ੂ ਸਿਸਟਮ। ਟਿਸ਼ੂ ਸਿਸਟਮ ਕੀ ਹੈ, ਕਿਹੜੇ ਟਿਸ਼ੂ ਸਿਸਟਮਸ ਹੈ, ਉਹਨਾਂ ਦੇ ਅੰਦਰ ਕਿਹੜੇ ਟਾਈਪ ਦੇ ਟਿਸ਼ੂਸ ਪ੍ਰੈਜ਼ੈਂਟ ਹੈ, ਉਹ ਕਿਵੇਂ ਆਰਗੇਨਾਈਜ਼ ਹੋ ਕੇ ਵੇਰੀਅਸ ਵਾਸਕੂਲਰ ਸਿਸਟਮਸ ਬਣਾਉਂਦੇ ਨੇ ਪਲਾਂਟ ਦੇ ਅੰਦਰ। ਕਿ ਇੱਕ ਜ਼ਾਈਲਮ ਹੈ, ਫਲੋਐਮ ਹੈ, ਉਸ ਦੇ ਇਲਾਵਾ ਜਿਹੜਾ ਲੀਫ ਹੈ, ਲੀਫ ਦੇ ਅੰਦਰ ਕੀ ਉਹਨਾਂ ਦਾ ਸਟਰਕਚਰ ਹੈ ਤੇ ਕ੍ਰਾਸ ਸੈਕਸ਼ਨ ਕਿਵੇਂ ਦਿਖਦਾ। ਹੁਣ ਇਹ ਸਭ ਚੀਜ਼ਾਂ ਆਪਾਂ ਡਿਸਕਸ ਕਰਾਂਗੇ। Now, tissue system के अंदर की है we were discussing the types of tissue based on the types of cells present. Let us now discuss how tissue were varying depending on the location in the plant body. And actually, we were discussing the types of tissue based on their cell types. Actually, जो पुरानी NCERT थी, ਉਹਦੇ अंदर the tissue system ਤੋਂ ਪਹਿਲਾਂ xylem ਤੇ phloem मतलब tissues ਦੇ ਬਾਰੇ ਦੱਸਿਆ ਗਿਆ ਸੀ ਕਿ xylem ਕੀ ਹੈ, phloem ਕੀ ਹੈ ਤੇ ਮੈਰਿਸਟੈਮੈਟਿਕ ਟਿਸ਼ੂ ਕੀ ਹੈ। ਬਟ ਹੁਣ ਨਵੀਂ ਐਨਸੀਈਆਰਟੀ ਦੇ ਰਿਵੀਜ਼ਨ ਦੇ ਅੰਦਰ ਉਹ ਸਾਰਾ ਪਾਰਟ ਕੱਟ ਚੁੱਕਿਆ ਤਾਂ ਕਰਕੇ ਆਏਗਾ ਉਹ एग्जाम में नहीं आएगा। अगर आएगा भी तो ਉਹਦੇ ਵਿੱਚ ਕੁਝ ਇੰਪੋਰਟੈਂਟ ਡਾਇਗਰਾਮਸ ਵਗੈਰਾ ਆਣਗੇ, ਕੁਝ ਇੰਪੋਰਟੈਂਟ ਪੁਆਇੰਟਸ ਆਣਗੇ ਤੇ ਇੱਕ ਵਾਰ ਪਹਿਲਾਂ ਉਹ ਡਿਸਕਸ ਕਰ ਲੈਂਦੇ ਹਾਂ, ਦੈਨ ਵੀ ਵਿਲ ਮੂਵ ਟੂ ਦ ਟਿਸ਼ੂ ਸਿਸਟਮਸ। ਇਹਦੇ ਲਈ ਇੱਕ ਵਾਰ ਕੀ ਕਰਨਾ ਕਿ ਜਿਹੜੀ ਪੁਰਾਣੀ ਐਨਸੀਈਆਰਟੀ ਉਹਦੇ ਸਿਰਫ ਡਾਇਗਰਾਮਸ ਦੇਖਣਾ, ਦੈਟ ਵਿਲ ਬੀ ਸਫੀਸ਼ੀਐਂਟ ਅਗਰ। ਤਾਂ ਹੁਣ ਦੇ ਟਿਸ਼ੂਸ ਦੇ ਅੰਦਰ ਕੀ ਆਉਂਦਾ ਹੈ, ਜਿਹੜੇ ਟਿਸ਼ੂਸ ਹੈ ਉਹਦੇ ਅੰਦਰ ਇੱਕ ਤਾਂ ਮੈਰਿਸਟੈਮੈਟਿਕ ਟਿਸ਼ੂ ਆਏਗਾ। ਮੈਰਿਸਟੈਮੈਟਿਕ ਟਿਸ਼ੂ ਤੋਂ ਇਲਾਵਾ ਆ ਜਾਂਦਾ ਇੱਕ ਪਰਮਾਨੈਂਟ ਟਿਸ਼ੂ। ਹੁਣ ਜਿਹੜੇ ਪਰਮਾਨੈਂਟ ਟਿਸ਼ੂ ਦੇ ਅੰਦਰ ਕਲਾਸੀਫਿਕੇਸ਼ਨ ਕਿਵੇਂ ਹੁੰਦੀ, ਸਿੰਪਲ ਤੇ ਕੰਪਲੈਕਸ। ਸਿੰਪਲ ਦੇ ਅੰਦਰ ਆਪਣਾ ਪੈਰੇਂਟਾਈਮ, ਕੋਲੋਨ ਦੇ ਅੰਦਰ ਸਕਲੈਰੇਂਟਾਈਮ ਆਉਂਦਾ ਤੇ ਕੰਪਲੈਕਸ ਦੇ ਅੰਦਰ ਆਪਣਾ ਫਲੋਐਮ ਤੇ ਜ਼ਾਈਲਮ ਤੇ ਫਲੋਐਮ ਆਉਂਦਾ। ਠੀਕ ਹੈ, ਹੁਣ ਇੱਕ ਵਾਰ ਆਪਾਂ ਕਲਾਸੀਫਿਕੇਸ਼ਨ ਦੇਖ ਲੈਂਦੇ ਹਾਂ ਕਿਵੇਂ ਹੈ। ਟਿਸ਼ੂ ਇਜ਼ ਡਿਵਾਈਡਡ ਇਨਟੂ ਮੈਰਿਸਟੈਮੈਟਿਕ ਟਿਸ਼ੂ ਤੇ ਪਰਮਾਨੈਂਟ ਟਿਸ਼ੂ। ਜਿਹੜਾ ਮੈਰਿਸਟੈਮੈਟਿਕ ਹੈ ਉਹ ਵੀ ਅੱਗੇ ਡਿਵਾਈਡਡ ਹੈ, ਉਹ ਅੱਗੇ ਡਿਵਾਈਡ ਹੁੰਦਾ अपना एपिकल मेरिस्टम, अपने एपिकल मेरिस्टम के अंदर, इंटरकैलरी मेरिस्टम के अंदर, फिर उसके अलावा अपना आ जाता प्राइमरी मेरिस्टम, सेकेंडरी मेरिस्टम ते लैटरल मेरिस्टम। इन करके अलग-अलग तरह की क्लासिफिकेशंस है। ਹੁਣ ਜਿਹੜਾ ਆਪਣਾ एपिकल मेरिस्टम है ਉਹ ਵੀ ਕਦੇ-ਕਦੇ ਅੱਗੇ ਡਿਵਾਈਡ ਹੋ ਜਾਂਦਾ ਕਿ ਉਹਦੀ ਲੋਕੇਸ਼ਨ ਦੇ ਬੇਸਿਸ ਤੇ। ਤਾਂ ਉਹਦੇ ਕੀ ਇੰਪੋਰਟੈਂਟ ਪੁਆਇੰਟ ਆ ਜਾਂਦੇ ਆ ਕਿ ਜਿਹੜਾ ਆਪਣਾ एपिकल मेरिस्टम है ਪਹਿਲਾ ਆ ਜਾਏਗਾ एपिकल मेरिस्टम। ਉਹ ਕੀ ਹੁੰਦਾ, ਹੁਣ ਜਿਹੜਾ ਮੈਰਿਸਟੈਮੈਟਿਕ ਟਿਸ਼ੂ ਹੁੰਦੇ ਨੇ ਨਾ ਉਹ ਰੀਜਨ ਆਫ ਐਕਟਿਵ ਸੈਲ ਡਿਵੀਜ਼ਨ ਹੁੰਦਾ। ਇਹ ਤਾਂ ਆਪਾਂ ਨੇ ਜਿਹੜਾ ਪਿਛਲਾ ਚੈਪਟਰ ਹੈ ਮੋਰਫੋਲੋਜੀ ਆਫ ਫਲਾਵਰਿੰਗ ਪਲਾਂਟਸ, ਉਹਦੇ ਅੰਦਰ ਵੀ ਮੈਰਿਸਟਮ ਦੇ ਬਾਰੇ ਦੱਸਿਆ ਗਿਆ ਹੈ ਕਿ ਮੈਰਿਸਟਮ ਕੀ ਹੈ, ਉਹ ਸਾਈਟ ਆਫ ਐਕਟਿਵ ਸੈਲ ਡਿਵੀਜ਼ਨ ਹੁੰਦੇ ਤੇ
ਰੂਟ ਟਿਪ ਤੇ ਸ਼ੂਟ ਟਿਪ ਤੇ ਵੀ ਪ੍ਰੈਜ਼ੈਂਟ ਹੁੰਦਾ ਹੈ। ਹੁਣ ਉਸ ਤੋਂ ਇਲਾਵਾ ਕੀ ਹੁੰਦਾ ਹੈ ਕਿ ਜਿਹੜਾ ਐਵੇਂ ਰੂਟ ਤੇ ਸ਼ੂਟ ਟਿਪ ਤੇ ਪ੍ਰੈਜ਼ੈਂਟ ਹੁੰਦਾ ਹੈ ਤੇ ਪ੍ਰੋਡਿਊਸ ਪ੍ਰਾਇਮਰੀ ਟਿਸ਼ੂ, ਉਹਨੂੰ ਕੀ ਬੋਲਦੇ ਆ, ਐਪੀਕਲ ਮੇਰਿਸਟਮ। ਕੀ ਬੋਲਿਆ, ਟਿਪ ਆਫ ਰੂਟ ਐਂਡ ਸ਼ੂਟ ਤੇ ਪ੍ਰੋਡਿਊਸ ਪ੍ਰਾਇਮਰੀ ਟਿਸ਼ੂ। ਠੀਕ ਹੈ। ਉਸ ਤੋਂ ਇਲਾਵਾ ਆ ਜਾਂਦਾ ਹੈ ਕਿ ਇਹਨਾਂ ਕੋਲ ਐਵੇਂ ਐਕਸਿਲਰੀ ਬਡ ਵੀ ਹੁੰਦੀ ਹੈ ਜਿਹੜਾ ਕਨਸਟੀਟਿਊਟ ਕਰਦੀ ਹੈ ਐਪੀਕਲ ਮੇਰਿਸਟਮ। ਮਤਲਬ ਕਿਵੇਂ ਹੁੰਦਾ ਕਿ ਜਦੋਂ ਸ਼ੂਟ ਟਿਪ ਐਵੇਂ ਗਰੋ ਹੋ ਰਹੀ ਉਹਦੇ ਪੂਰਾ ਮੇਰਿਸਟਮੈਟਿਕ ਟਿਸ਼ੂ ਹੈ, ਉਹਨਾਂ ਹੋਰ ਗਰੋ ਹੋਈ ਤੇ ਉਹਦੇ ਆਪਣੇ ਉਹ ਇੱਕ ਦੋ ਸੈਲਸ ਛੱਡ ਦਿੰਦੇ ਤੇ ਬਾਕੀ ਐਪੀਕਲ ਮੇਰਿਸਟਮ ਉੱਪਰ ਹੋ ਜਾਂਦਾ ਹੈ। ਉਹਦੇ ਕੀ ਉਹਦੇ ਨਵੀਂ ਬ੍ਰਾਂਚ ਆਉਂਦੀ ਹੈ ਤੇ ਉਹਦੇ ਮਤਲਬ ਨੋਡ ਬਣਦਾ ਉਹਦੇ ਤੇ ਨੋਡ ਦੇ ਥਰੂ ਨਵੀਂ ਬ੍ਰਾਂਚ ਆਉਂਦੀ ਹੈ। ਤੇ ਕਿਹਦੇ ਅੰਦਰ ਵੀ ਪ੍ਰੈਜ਼ੈਂਟ ਹੋ ਸਕਦੇ, ਐਕਸਿਲਰੀ ਬਡ ਦੇ ਅੰਦਰ। ਫਿਰ ਉਸ ਤੋਂ ਬਾਅਦ ਆ ਜਾਂਦੇ ਕਿ the meristem which occurs between the mature tissues is called intercalary meristem. ਇਸ ਤੋਂ ਬਾਅਦ ਕੀ ਆਏਗਾ, intercalary meristem present between mature tissue। ਹੁਣ mature tissue ਦਾ ਕਿਵੇਂ ਹੁੰਦਾ ਕਿ ਕਿੱਥੇ ਕਿੱਥੇ ਹੁੰਦਾ ਹੈ, ਗ੍ਰਾਸਸ ਦੇ ਅੰਦਰ ਮਿਲਦਾ ਆਪਾਂ ਨੂੰ, ਕਿਉਂਕਿ ਗ੍ਰਾਸਸ ਦੇ ਬੇਸਿਕ ਐਗਜ਼ਾਮਪਲ ਕੀ ਹੈ ਕਿ ਜਿਹੜੇ ਹਰਬੀਵੋਰਸ ਪਲਾਂਟਸ ਹੁੰਦੇ ਨੇ ਉਹ ਸਾਰੇ ਮੈਂ ਗ੍ਰਾਸ ਨੂੰ ਖਾ ਜਾਂਦੇ ਆ ਤੇ ਉਸ ਤੋਂ ਬਾਅਦ ਮਤਲਬ ਉਹਨਾਂ ਦਾ ਫੂਡ ਇਹ ਹੈ ਤਾਂ ਉਹਨਾਂ ਦੀ ਸਾਰੀ ਟਿਪਸ ਜਿਹੜੀਆਂ ਹੁੰਦੀਆਂ ਨੇ ਗ੍ਰਾਸ ਦੀ ਸਟੈਮ ਵਗੈਰਾ ਜਾਂ ਲੀਫ ਦੀ, ਉਹ ਸਭ ਐਜ਼ ਫੂਡ ਯੂਜ਼ ਹੋ ਜਾਂਦਾ ਤੇ ਉਸ ਤੋਂ ਬਾਅਦ ਸਿਰਫ ਲੋਅਰ ਪਾਰਟ ਆਫ ਉਹਨਾਂ ਦਾ ਬੋਡੀ ਦਾ ਬਚਦਾ। ਤਾਂ ਅਗਰ ਪੂਰੇ ਐਪੀਕਲ ਮਤਲਬ ਕੋਈ ਮੈਰਿਸਟਮੈਟਿਕ ਟਿਸ਼ੂ ਪ੍ਰੈਜ਼ੈਂਟ ਹੀ ਨਹੀਂ ਹੋਏਗਾ ਫਿਰ ਉਹਨਾਂ ਦੀ ਹਾਈਟ ਤੋਂ ਉਹਦੇ ਤੱਕ ਹੀ ਰਹਿ ਜਾਏਗੀ, ਫਰਦਰ ਉਹਨਾਂ ਦੀ ਗਰੋਥ ਹੋ ਹੀ ਨਹੀਂ ਪਾਏਗੀ। ਇਸ ਕਰਕੇ ਜਿਹੜਾ ਗ੍ਰਾਸ ਹੁੰਦਾ ਤਾਂ ਉਹਨਾਂ ਦੇ ਅੰਦਰ ਵਿੱਚ ਮੈਚੁਰ ਟਿਸ਼ੂ ਦੇ ਵਿੱਚ ਕਾਫੀ ਜਗ੍ਹਾ ਹਮੇਂ ਮੈਰਿਸਟਮ ਪ੍ਰੈਜ਼ੈਂਟ ਹੁੰਦਾ ਫॉर द ग्रोथ। फिर उसके बाद आ जाते हैं कि both apical and intercalary meristms are primary meristms। ठीक है, because they appear early in plant life and contribute to the formation of plant body। ਜਿਹੜੇ ਆਹ ਦੋਨੋਂ ਹੈ ਇਹ ਦੋਨੋਂ ਹੈ ਪ੍ਰਾਇਮਰੀ ਮੈਰਿਸਟਮ, ਇਹ ਵੀ ਪ੍ਰਾਇਮਰੀ। ਹੁਣ ਉਸ ਤੋਂ ਬਾਅਦ ਆ ਜਾਏਗਾ ਸੈਕੰਡਰੀ ਜਾਂ ਫਿਰ ਲੈਟਰਲ ਮੈਰਿਸਟਮ। ਸੈਕੰਡਰੀ ਜਾਂ ਲੈਟਰਲ ਮੈਰਿਸਟਮ ਕੀ ਹੁੰਦਾ ਕਿ ਇਹ ਵੁੱਡੀ ਐਕਸਿਸ ਦੇ ਅੰਦਰ ਪ੍ਰੈਜ਼ੈਂਟ ਹੁੰਦਾ ਤੇ ਪ੍ਰਾਇਮਰੀ ਮੈਰਿਸਟਮ ਤੋਂ ਬਾਅਦ ਹੁੰਦਾ। ਇਹ ਸਿਲੰਡਰੀਕਲ ਹੁੰਦੇ ਨੇ ਤੇ ਉਸ ਤੋਂ ਬਾਅਦ ਜਦ ਐਗਜ਼ਾਮਪਲ ਦੇ ਅੰਦਰ ਕੀ ਆ ਜਾਏਗਾ, ਜਿਵੇਂ कैम्बियम हो गया, क्वार्क कैम्बियम हो गया, ये सब सेकेंडरी टिश्यू प्रोड्यूस करते हैं ਤੇ ਕੁਝ ਸਪੈਸਿਫਿਕ ਰੀਜਨਸ ਦੇ ਅੰਦਰ ਹੀ ਮਿਲਦੇ ਹੁੰਦੇ ਨੇ। ਫਿਰ ਉਸ ਤੋਂ ਬਾਅਦ ਆਪਾਂ ਕੁਝ ਪਰਮਨੈਂਟ ਟਿਸ਼ੂ ਦੇ ਬਾਰੇ ਡਿਸਕਸ ਕਰ ਲੈਂਦੇ ਹਾਂ ਕਿ ਪਰਮਨੈਂਟ ਟਿਸ਼ੂ ਦੇ ਅੰਦਰ ਕਿਵੇਂ ਹੁੰਦਾ। ਸਰ ਦਿਸ ਇਜ਼ A ਤੇ 1 2 3 ਇਹਦੇ ਅੰਦਰ ਕੀ ਆਏਗਾ, ਸਿੰਪਲ ਪਰਮਨੈਂਟ। ਠੀਕ ਹੈ, ਸਿੰਪਲ ਪਰਮਨੈਂਟ ਦੇ ਅੰਦਰ ਕੀ ਆਏਗਾ, ਪਹਿਲਾ ਪੈਰੇਨਕਾਈਮਾ। ਪੈਰੇਨਕਾਈਮਾ ਹੁੰਦਾ ਹੈ वो जनरली ਉਹਦੇ ਸੈਲ ਸਫੈਰਿਕਲ, ਓਵਲ, ਰਾਉਂਡ, ਪੋਲੀਗਨਲ, ਇਹ ਬਹੁਤ ਸਾਰੇ ਸ਼ੇਪਸ ਦੇ ਮਿਲਦੇ ਆ। ਇਹਨਾਂ ਦੀ ਵਾਲਸ ਥਿਨ ਹੁੰਦੀਆਂ ਨੇ। ਫਿਰ ਉਸ ਤੋਂ ਇਲਾਵਾ ਇਹ ਸੈਲੂਲੋਜ਼ ਦੇ ਬਣੇ ਹੁੰਦੇ ਨੇ, ਸੈਲੂਲੋਜ਼। ਫਿਰ ਉਸ ਤੋਂ ਬਾਅਦ ਇਹਨਾਂ ਦੇ ਅੰਦਰ ਮਤਲਬ ਜਾਂ ਤਾਂ ਕਲੋਜ਼ਲੀ ਪੈਕਡ ਹੁੰਦੇ ਨੇ ਜਾਂ ਹੈ ਵੈਰੀ ਸਮਾਲ ਇੰਟਰਸੈਲੂਲਰ ਸਪੇਸ। ਫਿਰ ਉਸ ਤੋਂ ਬਾਅਦ ਆ ਜਾਂਦਾ ਦੂਜਾ ਕੋਲਿਨਕਾਈਮਾ। ਜਿਹੜਾ ਕੋਲਿਨਕਾਈਮਾ ਹੈ ਉਹਦੇ ਅੰਦਰ ਕੀ ਹੁੰਦਾ ਕਿ ਇਹ ਮੋਸਟਲੀ ਡਾਇਕੋਟਿਲਿਡਨਸ ਦੇ ਅੰਦਰ ਮਿਲਦਾ ਹੈ। ਠੀਕ ਹੈ, ਤੇ ਉਸ ਤੋਂ ਬਾਅਦ ਇੱਕ ਹੋਮੋਜੀਨੀਅਸ ਲੇਅਰ ਹੁੰਦੀ ਹੈ ਜਾਂ ਫਿਰ ਪੈਚਸ ਦੇ ਅੰਦਰ ਪ੍ਰੈਜ਼ੈਂਟ ਹੋ ਸਕਦੀ ਹੈ ਤੇ ਇਹਦੀ ਜਿਹੜੀ ਸੈਲ ਵਾਲ ਹੈ ਇਹ ਸੈਲ ਵਾਲ ਦੇ ਅੰਦਰ ਸੈਲੂਲੋਜ਼ ਐਂਡ ਹੈਮੀਸੈਲੂਲੋਜ਼ ਐਂਡ ਪੈਕਟਿਨ ਮਿਲਦਾ। ਕੀ ਮਿਲਦਾ, ਸੈਲੂਲੋਜ਼, ਹੈਮੀਸੈਲੂਲੋਜ਼, ਪੈਕਟਿਨ। ਫਿਰ ਉਸ ਤੋਂ ਬਾਅਦ ਆ ਜਾਂਦੇ ਇਹਨਾਂ ਦੇ ਅੰਦਰ ਇੰਟਰਸੈਲੂਲਰ ਸਪੇਸ ਐਬਸੈਂਟ ਹੁੰਦੀ ਹੈ। पूरी की जगह इंटरसेलुलर स्पेस ਜਿਹੜੀ ਸੀਗੀ ਮਿਨੀਮਮ ਸੀਗੀ, ਮਤਲਬ ਲੈਸ ਸੀਗੀ, ਮਿਨੀਮਮ ਜੋ ਹੋਣਾ ਚਾਹੀਦਾ। ਇਹਦੀ ਇੰਟਰਸੈਲੁਲਰ ਸਪੇਸ ਐਬਸੈਂਟ ਹੈ। ਫਿਰ ਕਿੱਦਾਂ ਆ ਜਾਏਗਾ, ਹੁਣ ਇਹਨਾਂ ਦਾ ਫੰਕਸ਼ਨ ਕੀ ਹੁੰਦਾ। ਇਸ ਤੋਂ ਪਹਿਲਾਂ ਇਹਨਾਂ ਦਾ ਫੰਕਸ਼ਨ ਹੁੰਦਾ ਮਕੈਨੀਕਲ ਸਪੋਰਟ ਦੇਣਾ। ਮਕੈਨੀਕਲ ਸਪੋਰਟ ਕਿਵੇਂ ਦਿੰਦੇ, ਜਿਵੇਂ ਕਿ ਯੰਗ ਪਲਾਂਟ ਪਾਰਟਸ ਹੈ, ਜਿਵੇਂ ਸਟੈਮ ਹੈ ਜਾਂ ਫਿਰ ਪੈਟਿਓਲ ਆਫ ਲੀਫ ਹੈ। ਜਿਹੜਾ ਪੈਟਿਓਲ ਆਫ ਲੀਫ ਹੈ ਤੁਸੀਂ ਕਾਫੀ ਵਾਰ ਕਦੇ ਇੱਕ ਪੱਤਾ ਤੋੜਨ ਦਾ ਟਰਾਈ ਕੀਤਾ ਹੋਏਗਾ ਤੇ ਟੁੱਟਦਾ ਨਹੀਂ ਹੈਗਾ। ਕਿਉਂ ਨਹੀਂ ਟੁੱਟਦਾ, ਕਿਉਂਕਿ ਉਹਦੇ ਅੰਦਰ ਕੋਲਿਨਕਾਈਮਾ ਟਿਸ਼ੂ ਪ੍ਰੈਜ਼ੈਂਟ ਹੁੰਦਾ ਹੈ। ਉਹ ਬਹੁਤ ਹੀ ਫਲੈਕਸੀਬਲ ਤੇ ਮਕੈਨੀਕਲ ਸਪੋਰਟ ਦਿੰਦਾ ਤਾਂ ਕਿ ਜਦੋਂ ਜਿਵੇਂ ਜ਼ੋਰ ਦੀ ਹਵਾ ਚੱਲਦੀ ਹੈ, ਜਿਵੇਂ ਤੂਫਾਨ ਵਗੈਰਾ ਚੱਲ ਰਿਹਾ ਹੋਵੇ ਤਾਂ ਜਿਹੜਾ ਲੀਫ ਉਹ ਫਲਟਰ ਕਰਦੇ ਵਿੰਡ ਦੇ ਅੰਦਰ, ਪਰ ਟੁੱਟਦਾ ਨਹੀਂ ਹੈਗਾ। ਫਿਰ ਉਸ ਤੋਂ ਬਾਅਦ ਆ ਜਾਏਗਾ ਤੀਜਾ ਸਕਲੈਰਨਕਾਈਮਾ। ਸਕਲੈਰਨਕਾਈਮਾ ਹੈ ਨਾ ਉਹਦੀ ਕਾਫੀ ਕੈਰੈਕਟਰਿਸਟਿਕ ਫੀਚਰਸ ਹੁੰਦੀਆਂ ਨੇ,
ਜਿਵੇਂ ਕਿ ਉਹ ਕੀ ਹੁੰਦੇ ਲੌਂਗ ਨੈਰੋ ਸੈਲਸ ਹੁੰਦੇ ਨੇ, ਥਿਕ ਹੁੰਦੇ ਨੇ, ਲਿਗਨੀਫਾਈਡ ਹੁੰਦੇ ਨੇ ਤੇ ਉਹਨਾਂ ਦੇ ਅੰਦਰ ਪਿਟਸ ਪ੍ਰੈਜ਼ੈਂਟ ਹੁੰਦੇ ਨੇ ਮਤਲਬ ਸੈਲ ਵਾਲ ਦੇ ਅੰਦਰ ਤੇ ਉਹ ਜਾਂ ਤਾਂ ਫਾਈਬਰਸ ਹੋ ਸਕਦੇ ਨੇ ਜਾਂ ਸਕਲੇਰਾइड्स ਹੋ ਸਕਦੇ हैं। ठीक है जैसे हो लॉन्ग नैरो थिक विथ पिट्स सेल। ठीक है तो सेल वाल की ਹੁੰਦੇ ਲਿਗਨੀਫਾਈਡ मतलब लिग्निन प्रेजेंट है। ਫਿਰ ਇਸ ਤੋਂ ਇਲਾਵਾ ਕੀ ਹੁੰਦਾ ਕਿ ਇਹਨਾਂ ਦੇ ਪੁਆਇੰਟਡ ਐਂਡਸ ਵਗੈਰਾ ਵੀ ਹੋ ਸਕਦੇ ਨੇ। ਦੇ ਆਰ ਯੂਜੂਅਲੀ ਡੈਡ ਵਿਦਆਊਟ प्रोटोप्लास्ट, यूजुअली डेड विदाउट प्रोटोप्लास्ट। ਹੁਣ ਇਸ ਤੋਂ ਬਾਅਦ ਆ ਜਾਂਦੇ ਇਹਦੇ ਅੰਦਰ ਦੋ ਟਾਈਪਸ ਆਉਂਦੇ ਨੇ, ਇੱਕ ਫਾਈਬਰਸ ਆਏਗਾ ਤੇ ਇੱਕ ਸਕਲੇਰਾइड्स। ਇਹ ਹੋ ਗਿਆ ਆਪਣਾ ਸਿੰਪਲ परमानेंट। ਹੁਣ ਆਏਗਾ ਕੰਪਲੈਕਸ परमानेंट। ਕੰਪਲੈਕਸ ਦੇ ਅੰਦਰ ਦੋ ਆਉਂਦੇ ਨੇ जाइलम ਤੇ फ्लोएम। ਹੁਣ जाइलम ਤੇ फ्लोएम है ना ਉਹਨਾਂ ਦੇ ਅੰਦਰ भी ਅੱਗੇ काफी और फैक्टर्स होंगे ने जिनमें कि जाइलम अगर देखें फैक्टर्स मतलब कंपोनेंट्स सॉरी जिनमें जाइलम है। ठीक है जाइलम के अंदर अगर आप देखिए तो की प्रेजेंट होता है जाइलम है उतने टकीड्स होंगे ने इन बस सेल्स के नाम है ना बस याद रखना सो दैट बाय चांस कभी ऑप्शन के अंदर आ जाए तो कंफ्यूज ना हो। वेसल्स होंगे ने फिर फाइबर्स होंगे ने फिर उसके अलावा पैरेन्काइमा। ठीक है फिर इसके अलावा या तो प्रोटोजाइलम भी होंगे और मेटाजाइलम होंगे। ये बेस्ड ऑन लोकेशन होंगे मतलब ਜਿਹੜਾ फर्स्ट फॉर्म्ड एलिमेंट ऑफ जाइलम है वो है प्रोटोजाइलम ਤੇ ਉਸ ਤੋਂ ਬਾਅਦ ਜਿੰਨੇ ਵੀ ਜਾइलम ਬਣਨਗੇ ਉਹਨਾਂ ਸਭ ਨੂੰ ਕੀ ਬੋਲਾਂਗੇ मेटाजाइलम। ਇਸ ਤੋਂ ਬਾਅਦ ਆ ਜਾਂਦੇ फ्लोएम। ਹੁਣ फ्लोएम ਦੇ ਕੀ एलिमेंट्स है ਇਹਨਾਂ ਸਭ ਨੂੰ एलिमेंट्स ऑफ जाइलम बोलते हैं। ਇਹ फ्लोएम ਦੇ एलिमेंट्स होंगे एलिमेंट्स ऑफ जाइलम। हम फ्लोएम ਦੇ एलिमेंट्स डिस्कस करते हैं कि फ्लोएम ਦੇ अंदर ਕੀ मिलता है। फ्लोएम ਦੇ एलिमेंट्स के अंदर आएंगे सीव सेल या फिर सीव ट्यूब। ठीक है फिर एल्ब्यूमिनस सेल या फिर कंपेनियन सेल उन्हें बोलते हैं कंपेनियंस। फिर आएगा फ्लोएम पैरेन्काइमा फिर आएगा फ्लोएम स्क्लेरेन्काइमा। ਹੁਣ ਇਹਦੇ ਇੱਕ ਚੀਜ਼ ਧਿਆਨ ਦੇਣ ਵਾਲੀ ਹੈ चार कंपोनेंट्स है फ्लोएम के ਇਹਨਾਂ ਚਾਰਾਂ ਦੇ ਅੰਦਰ ਇਹ ਤਿੰਨ ਲਿਵਿੰਗ ਹੈ ਤੇ ਆਬਵੀਅਸਲੀ ਜਿਹੜਾ ਸਕਲੈਰਨਕਾਈਮ ਆਪਾਂ ਪਹਿਲੇ ਉਹਦੇ ਡਿਸਕਸ ਕੀਤਾ ਕਿ ਮੋਸਟਲੀ ਡੈਡ ਹੁੰਦਾ ਵਿਦਆਊਟ प्रोटोप्लाज्म। ਤਾਂ ਜਿਹੜਾ ਇਹ ਵਾਲਾ ਕੰਪੋਨੈਂਟ ਹੈ फ्लोएम ਦਾ ਇਹ ਹੈ ਡੈਡ। ਠੀਕ ਹੈ ਹੁਣ ਜਿਹੜੇ ਐ जाइलम ਦੇ ਹੈ जाइलम ਦੀ ज्यादा डेड है ते लिविंग घट है क्यों जो ट्रकीड्स वेसल्स एंड फाइबर्स है ये तीनों डेड है whereas parenchyma is the only element which is living। ਇਹਦੇ ਵਿੱਚ ਚਾਰ ਐਲੀਮੈਂਟਸ ਹੈ ਤੇ ਫਲੋएम ਦੇ ਵਿੱਚ ਚਾਰ ਐਲੀਮੈਂਟਸ। ਹੁਣ हम बेसिक नॉलेज ਨਾਲ ਆਪਾਂ ਅੱਗੇ ਚੱਲਦੇ ਹਾਂ। ਅੱਗੇ ਆਪਾਂ टिश्यू सिस्टम्स वगैरह डिस्कस करते हैं। टिश्यू सिस्टम की है डिपेंडिंग ऑन their location in plant body, the structure and function would be dependent on the location. On the basis of the structure and location, there are three types of tissue systems. किस दे basis पे structure है location है उन्हें दे basis पे तीन तरह के tissue systems हैं। एक द epidermal, फिर जो ground tissue system या फिर fundamental tissue system या फिर vascular या फिर conducting system। एक ही है epidermal, ground या फिर fundamental, ते तीसरा है vascular या फिर conducting। सब तो पहला है एपिडर्मल टिश्यू सिस्टम। जो एपिडर्मल टिश्यू सिस्टम है ना ਉਹਦੇ ਅੰਦਰ forms the outermost covering of the whole plant body। even आया outermost covering of the whole plant body and comprises of epidermal cells, stomata, epidermal appendages ਜਿਵੇਂ ਕਿ trichome and hair। ਇਸ ਤੋਂ ਬਾਅਦ ਆਉਂਦਾ ਜਿਹੜਾ एपिडर्मिस है ਉਹ है outermost layer of the primary plant body। सब तो आउटरमोस्ट टिश्यू सिस्टम की गल की जाए तो बोलना एपिडर्मल टिश्यू सिस्टम ते अगर लेयर की गल की जाए तो बोलना एपिडर्मिस इज द आउटरमोस्ट लेयर। तेरे कुछ आ रहे वर्ड एपिडर्मल अपेंडेजेस में अपन ने पढ़ा जिसमें के अंदर ट्राइकोम ते है ये आगे जाके डिस्कस करेंगे। नाम ने जो एपिडर्मल सेल्स है एपिडर्मिस है वो किसका बना हुआ है। इट इज मेड अप ऑफ elongated compactly arranged cells
which form a continuous layer. ठीक है, elongated है, compactly arranged है, ਤੇ ਉਸ ਤੋਂ ਬਾਅਦ continuous ਹੈ without any break. It is usually single layer. ਜਿਹੜੀ epidermis ਹੁੰਦੀ ਹੈ ਉਹ usually ਕੀ ਹੁੰਦੀ ਹੈ, single layer. When epidermal cells are parenchymatous with small amount of cytoplasm. ਹੁਣ ਸਿੱਧੇ word parenchymatous ਤੋਂ ਸਮਝੋ, ਕੀ ਬੋਲੇਗਾ ਕਿ parenchymatous ਹੈ with small amount of cytoplasm lining the cell wall and large vacuole. ਹੁਣ ਆਪਾਂ ਨੇ ਉੱਪਰ ਡਿਸਕਸ ਕੀਤਾ ਸੀਗਾ ਕਿ ਸਿੰਪਲ ਟਿਸ਼ੂ ਦੇ ਅੰਦਰ ਪੈਰੇਨਕਾਈਮਾ ਵੀ ਆਉਂਦਾ ਹੈ, ਤੇ ਪੈਰੇਨਕਾਈਮਾ ਦੇ ਅੰਦਰ ਜਿਹੜੀ ਇੰਟਰਸੈਲਰ ਸਪੇਸ ਹੈ ਉਹ ਲੈਸ ਹੁੰਦੀ ਹੈ, ਮਿਨੀਮਮ ਹੁੰਦੀ ਹੈ, ਲੀਸਟ ਹੁੰਦੀ ਹੈ. The outside of the epidermis is often covered by a waxy thick layer called the cuticle. ये एक तो parenchymatous है, फिर cuticle है, the cuticle is absent in roots. इसके बाद stomata आंदा. ਹੁਣ ਕੀ ਹੈ, ਜਿਹੜੀ cuticle ਹੈ ਉਹ ਇੱਕ waxy thick layer ਹੁੰਦੀ ਹੈ epidermis ਦੇ ਬਾਹਰ, ਤੇ ਕੀ ਪ੍ਰੀਵੈਂਟ ਕਰਦੀ ਹੈ, loss of water. Whereas ਹੁਣ roots ਦਾ ਕੰਮ ਕੀ ਹੈ, absorption of water. अगर cuticle present ਹੋਏਗਾ roots ਤੇ ਤਾਂ obviously ਉਹ ਆਪਣਾ ਫੰਕਸ਼ਨ ਨਹੀਂ ਕੈਰੀ ਆਊਟ ਕਰ ਪਾਣਗੇ, ਤਾਂ ਕਰਕੇ ਜਿਹੜੇ roots ਹੈ ਉਹਨਾਂ ਦੇ ਅੰਦਰ cuticle absent ਹੁੰਦੀ ਹੈ. Stomata. Stomata ਕੀ ਚੀਜ਼ ਹੈ, ਜਿਹੜਾ stomata ਹੈ are the structures present in the epidermis of leaf. Epidermis of leaf ਦੇ ਅੰਦਰ ਹੁੰਦੇ ਨੇ. ਜਿਹੜਾ stomata ਉਹ ਰੈਗੂਲੇਟ ਕਰਦੇ the process of transpiration and gases exchange. ਕਿਹੜੇ processes ਨੂੰ ਬੋਲਿਆ ਗਿਆ, transpiration ਤੇ gases exchange. ਹੁਣ ਜਿਹੜਾ each stomata ਹੈ ਨਾ ਉਹਦੇ ਅੰਦਰ ਦੋ bean shaped cells ਨੇ ਜਿਨ੍ਹਾਂ ਨੂੰ ਬੋਲਦੇ guard cells. ਠੀਕ ਹੈ, ਹੁਣ ਇੱਕ ਡਾਇਗਰਾਮ ਦੇਖਦੇ ਆਪਾਂ ਨਾਲ ਨਾਲ ਕਿ stomata है with dumbbell shaped guard cells ਤੇ stomata है with bean shaped guard cells. ਉਹਨਾਂ ਦੇ ਨਾਲ ਡਿਫਰੈਂਸ ਕੀ ਹੈ, ਜਿਹੜਾ ਆਪਾਂ bean shaped ਹੁੰਦਾ ਉਹ ਆਪਾਂ ਨੂੰ ਮਿਲਦਾ ਡਾਈਕॉट्स ਦੇ ਅੰਦਰ, ਜਿਹੜਾ dumbbell shaped ਉਹ ਮਿਲਦਾ ਆਪਾਂ ਨੂੰ monocots ਦੇ ਅੰਦਰ. ਠੀਕ ਹੈ, the guard cells are dumbbell shaped ਤੇ ਜਿਹੜਾ outer wall of guard cells ਹੈ away from the stomatal pore are thin, whereas the inner walls towards the stomatal pore are highly thickened. ठीक है, इनके अंदर जो guard cell है it possesses chloroplasts तो इसके अलावा regulate the opening and closing of stomata. ਹੁਣ ਕਿਵੇਂ ਇਹ ਇੰਪੋਰਟੈਂਟ ਆ ਜਾਂਦੇ ਕਿ ਰੈਗੂਲੇਟ ਕਿਵੇਂ ਹੁੰਦੀ ਹੈ, ਰੈਗੂਲੇਟ ਹੁੰਦੀ ਹੈ ਆਸਮੋਸਿਸ ਦੇ ਬੇਸਿਸ ਤੇ ਜਿਹੜੀ ਮਤਲਬ ਕਨਸੈਂਟ੍ਰੇਸ਼ਨ ਜਿਹੜੇ ਸੈੱਲ ਦੇ ਅੰਦਰ ਪ੍ਰੈਜ਼ੈਂਟ ਹੈ ਉਹਨਾਂ ਸਭ ਦੇ ਬੇਸਿਸ ਤੇ ਉਹਦੇ ਬੋਲੇ ਗਏ ਸੀ ਕਿ ਆਹ ਵਾਲੀ ਆਊਟਰ ਵਾਲ ਹੈ ਉਹ ਥਿਨ ਹੈ, ਤੇ ਆਊਟਰ ਵਾਲ ਮਤਲਬ ਜਿਹੜੀ ਅਵੇ ਫਰਮ ਦ ਸਟੋਮੈਟਲ ਪੋਰ ਹੈ ਜਾਂ ਫਿਰ ਇਨਰ ਵਾਲ ਬੋਲ ਦੋ ਕਿ ਅਵੇ ਫਰਮ ਦ ਸਟੋਮੈਟਲ ਪੋਰ, whereas the inner walls are highly thickened, मतलब ਜਿਹੜੇ ਸਟੋਮੈਟਲ ਪੋਰ ਦੇ ਕਲੋਜ਼ ਹੈ. ਠੀਕ ਹੈ, ਫਿਰ ਹੁਣ ਆ ਰਿਹਾ ਹੈ ਕਿ sometimes the few epidermal cells in the vicinity of guard cells become specialized in their shape and size. ਇਹਨਾਂ ਨੂੰ ਕੀ ਬੋਲੇ ਜਾਂਦੇ, subsidiary cells. ठीक है, ये स्पेशलाइज हो जाते हैं शेप के साइज के अंदर. स्टोमेटल apparatus की है, stomatal aperture guard cells their surrounding subsidiary cells are together called as stomatal apparatus. ये diagrammatic representation है. कुछ तो आसपास epidermal cells है normal, फिर उसके बाद आ रहे हैं subsidiary cells जो specialized है ना in their shape and size. आप देख सकते हैं कि एपिडर्मल सेल्स तो सबसिडियरी सेल्स का शेप साइज का अलग है. फिर उसके बाद आ जाते हैं गार्ड सेल्स. गार्ड सेल्स अंदर की शोबेस कितने की क्लोरोप्लास्ट है, ते बाहर है स्टोमेटल पोर. उन मोनोकॉट्स अंदर क्या है, डम्बल शेप्ड गार्ड सेल्स है ये वाले, इनके अंदर क्लोरोप्लास्ट है. ये साइड पे सबसिडियरी सेल्स है स्पेशलाइज्ड इन दिस साइज एंड शेप. ये स्टोमेटल पोर है which is closed, पूरे वाला स्टोमेटल पोर ओपन दिखाया गया. ਹੁਣ ਅੱਗੇ ਚੱਲਦੇ ਹਾਂ ਕਿ the cells of epidermis bear a number of hair. ਇਹਨਾਂ ਕੋਲ ਬਹੁਤ ਸਾਰੇ hair ਹੁੰਦੇ ਨੇ. root hair ਹੈ unicellular elongation of the epidermal cells. ਹੁਣ hair ਤਾਂ root ਦੇ ਅੰਦਰ ਵੀ present ਹੈ, ਜਿਹਨਾਂ ਦਾ function ਬਸ absorption ਹੈ, ਤਾਂ they are unicellular elongation of epidermal cells and help absorb water and minerals from the soil. ਠੀਕ ਹੈ, जो stem ਦੇ ਉੱਤੇ epidermal hairs ਹੁੰਦੇ ਨੇ ਉਹਨਾਂ ਨੂੰ ਕੀ ਬੋਲਦੇ, trichomes.
Trichomes in the shoot system are usually multicellular. जो रूट है वो तो यूनिसेलुलर इलॉन्गेशन है, बट ट्राइकोम्स ਜਿਹੜੇ ਸ਼ੂਟ ਸਿਸਟਮ ਦੇ ਅੰਦਰ ਹੁੰਦੇ ਨੇ ਮਲਟੀਸੈਲੂਲਰ ਇਲੌਂਗੇਸ਼ਨ ਹੈ ਤੇ ਉਹ ਬ੍ਰਾਂਚਡ ਤੇ ਅਨਬ੍ਰਾਂਚਡ ਦੋਨੋਂ ਹੋ ਸਕਦੇ ਨੇ, ਸੌਫਟ ਔਰ ਸਟਿਫ ਸਭ ਕੁਝ। ਵੇਅਰਐਸ ਜਿਹੜੇ ਰੂਟ ਹੈਰ ਹੁੰਦੇ ਨੇ ਜਿਹੜੇ ਰੂਟ ਹੈਰ ਹੁੰਦੇ ਨੇ ਉਹ ਯੂਨੀਸੈਲੂਲਰ ਹੈ ਤੇ ਉਸ ਤੋਂ ਬਾਅਦ ਅਨਬ੍ਰਾਂਚਡ ਵੀ ਹੁੰਦੇ ਨੇ ਤੇ ਉਹ ਸੌਫਟ ਹੁੰਦੇ ਨੇ, ਸਟਿਫ ਨਹੀਂ ਹੁੰਦੇ। and they may even be secretory ਕਿ secretions ਵੀ ਕੁਝ ਕਰਦੇ ਨੇ। They help in preventing water loss due to transpiration. ਹੁਣ ਅੱਗੇ ਆ ਜਾਂਦੇ ਨੇ ground tissue system। ground tissue system ਦੇ ਅੰਦਰ ਕੀ ਹੈ, ਠੀਕ ਹੈ। ground tissue system ਦੇ ਦੋ ਇੱਕ ਹੋਰ ਨਾਮ ਵੀ ਹੈ, ਕੀ ਬੋਲਿਆ ਸੀ ਆਪਾਂ ਨੇ ਉੱਤੇ, fundamental tissue system ਤੇ ਕੀ ਹੈ largest tissue system। all the tissues except epidermis and vascular bundle constitute the ground tissue, ठीक है। मतलब जितना भी टिश्यू एक्सेप्ट द वैस्कुलर बंडल्स द एपिडर्मिस इट इज ग्राउंड टिश्यू। इस करके लार्जेस्ट ऑब्वियसली सिस्टम किहड़ा होएगा, ग्राउंड टिश्यू। ਇਹਨਾਂ ਕੋਲ ਸਿੰਪਲ ਟਿਸ਼ੂਸ ਦੇ ਬਣੇ ਹੁੰਦੇ ਨੇ, ਪੈਰੇਨਕਾਈਮਾ, ਕੋਲਨਕਾਈਮਾ ਤੇ ਸਕਲੈਰਨਕਾਈਮਾ। ਜਿਹੜੇ ਪੈਰੀਕਾਈਮੇਟਿਕ ਸੈਲਸ ਹੁੰਦੇ ਨੇ ਯੂਜੂਅਲ ਲੋਕੇਸ਼ਨ ਕਿੱਥੇ ਹੁੰਦੀ ਹੈ, ਕੋਰਟੈਕਸ, ਪੈਰੀਸਾਈਕਲ, ਪਿਥ, ਮੈਡੂਲਰੀ ਰੇਸ। ਕੀ ਬੋਲਿਆ ਗਿਆ, cortex, pericycle, pith ਤੇ medullary race। ਫਿਰ ਇਸ ਤੋਂ ਬਾਅਦ ਕੀ ਹੋਇਆ, in primary stem then in roots। ਪਰ ਇਸ ਤਰ੍ਹਾਂ ਯਾਦ ਕਰਦੇ ਆਪਾਂ ਇਹਨੂੰ ਸਮਝ ਕੇ ਕੀ ਹੈ। ਇੱਕ ਤਾਂ cortex ਬੋਲਿਆ ਗਿਆ, ਫਿਰ pericycle, pith, medullary race। ਹੁਣ ਜਦੋਂ ਵੀ ਆਪਾਂ ਕੋਈ ਕ੍ਰਾਸ ਸੈਕਸ਼ਨ ਦੇਖਦੇ ਆ ਇੱਕ ਪਲਾਂਟ ਦਾ ਤਾਂ ਉਹਦੇ ਅੰਦਰ ਆਪਾਂ ਨੂੰ cortex, pericycle, pith ਮਿਲੇਗਾ ਤੇ ਮੈਂ ਕੁਝ ਮੈਡੂਲਰੀ ਰੇਸ ਵੀ ਮਿਲਦੀਆਂ ਨੇ, ਠੀਕ ਹੈ। ਤਾਂ ਮਤਲਬ ਇਹ ਜਿੰਨੇ ਵੀ ਏਰੀਆਜ਼ ਦੇ ਨਾਮ ਦਿੱਤੇ ਗਏ, ਲੋਕੇਸ਼ਨ ਦੇ ਨਾਮ ਦਿੱਤੇ ਗਏ, ਇਸ ਸਟੈਮ ਜਾਂ ਰੂਟ ਦੇ ਕ੍ਰਾਸ ਸੈਕਸ਼ਨ 'ਚ ਆਪਾਂ ਨੂੰ ਦਿਖਦੇ ਨੇ। ਇਸ ਤੋਂ ਇਲਾਵਾ ਪ੍ਰਾਇਮਰੀ ਸਟੈਮ ਤੇ ਰੂਟ ਹੈ, ਰਾਦਰ ਉਹਨਾਂ ਦੇ ਅੰਦਰ ਆਪਾਂ ਨੂੰ ਕੋਰਟੈਕਸ, ਪੈਰੀਸਾਈਕਲ, ਪਿਥ ਤੋਂ ਕਿਸੇ ਨਾ ਕਿਸੇ ਦਾ ਚੀਜ਼ ਐਬਸੈਂਟ ਹੁੰਦੀ ਹੈ, ਠੀਕ ਹੈ। ਇਹ ਅੱਗੇ ਜਾ ਕੇ ਹੁਣ ਜਦੋਂ ਆਪਾਂ ਕ੍ਰਾਸ ਸੈਕਸ਼ਨ ਡਿਸਕਸ ਕਰਾਂਗੇ ਆਪਾਂ ਨੂੰ ਅੱਛੀ ਤਰ੍ਹਾਂ ਸਮਝ ਆ ਜਾਏਗਾ। ਹੁਣ ਆ ਜਾਂਦੇ ਕਿ ਇਨ ਲੀਵਸ the ground tissue system consists of thin-walled chloroplast containing cells and is called mesophyll। Leaves in the key है mesophyll, thin-walled chloroplast containing cells, ठीक है। हम आगे चलते हैं vascular tissue system पे। The vascular tissue system consists of complex tissues। केड़े-केड़े complex tissues? Xylem ते phloem। The xylem and the phloem that together constitute the vascular bundles। when the dicotyledonous stems ਹੁੰਦੀਆਂ ਨੇ, cambium is present between phloem and xylem। ਕੀ ਬੋਲਿਆ ਗਿਆ ਕਿ dicotyledonous ਦੇ ਅੰਦਰ cambium is present between xylem and phloem। ਤੇ such vascular bundles because of the presence of cambium possess the ability to form secondary xylem and phloem tissues and hence are called open vascular bundles। ਇਹਨਾਂ ਕੋਲ ਕੀ ਐਬਿਲਿਟੀ ਹੁੰਦੀ ਹੈ to form secondary xylem and phloem tissues। ਉਸ ਤੋਂ ਆਪੋਜ਼ਿਟ ਕੀ ਆਉਂਦਾ ਹੈ, monocotyledonous। monocotyledonous ਅੰਦਰ ਕੀ ਹੁੰਦੇ, the vascular bundles have no cambium present। ਇਹਨਾਂ ਕੋਲ cambium ਨਹੀਂ ਹੁੰਦਾ ਤਾਂ ਕਰਕੇ do not form secondary tissues and are referred to as clones। ਹੁਣ ਜਿਹੜਾ xylem and phloem ਹੈ within vascular bundles ਇਹ arranged ਹੁੰਦੇ ਨੇ in alternate manner along different radii, ठीक है। ਤੇ and are called radial such as in roots। ਜਿਹੜੇ ਇਹਨੇ ਅਰੇਂਜਮੈਂਟ ਹੁੰਦੀ ਹੈ ਰੂਟਸ ਅੰਦਰ ਉਹਨਾਂ ਨੂੰ ਕੀ ਬੋਲਦੇ ਨੇ, radial in roots। ਹੁਣ ਕੁਝ ਹੁੰਦੇ ਨੇ conjoined type of vascular bundles ਜਿਨ੍ਹਾਂ ਦੇ ਨਾ xylem and phloem are jointly situated along the same radii of vascular bundles। such vascular bundles are commonly seen in stems and leaves। ਹੁਣ ਇੱਕ ਵਾਰ ਇਹਨਾਂ ਨੂੰ ਸਮਝਦੇ ਕੀ ਹੁੰਦਾ ਇਹ ਚੀਜ਼। ਪਰ ਇੱਕ ਡਾਇਗਰਾਮ ਦਿੱਤੀ ਗਈ ਹੈ ਕਿ ਰੇਡੀਅਲ ਦੀ ਕੰਜੋਇੰਟ ਕਲੋਜ਼ ਤੇ ਕੰਜੋਇੰਟ ਓਪਨ ਦੀ। ਹੁਣ ਰੇਡੀਅਲ ਆਪਾਂ ਕਿੱਥੇ ਪੜ੍ਹਿਆ, ਰੂਟਸ ਦੇ ਅੰਦਰ ਹੁੰਦੀ ਹੈ ਰੇਡੀਅਲ। ਹੁਣ ਕੀ ਬੋਲੇਗਾ, ਰੇਡੀਅਲ ਦੇ ਨਾਲ ਡਿਫਰੈਂਟ ਰੇਡਾਈ ਤੇ ਹੁੰਦੀ ਹੈ। ਹੁਣ ਇਹਦੇ ਅੰਦਰ ਕਨਫਿਊਜ਼ ਨਹੀਂ ਹੋਣਾ, ਹੁਣ ਇਹਨੂੰ ਇੱਕ ਵਾਰ ਸਮਝਣਾ ਹੈ ਤੇ ਕੰਜੋਇੰਟ ਲਈ ਕੀ ਬੋਲੇਗਾ, ਸੇਮ ਰੇਡਾਈ ਤੇ। ਹੁਣ ਅਗਰ ਆਪਾਂ ਸੈਂਟਰ ਹੈ ਕ੍ਰਾਸ ਸੈਕਸ਼ਨ ਦਾ, ਹमें रेडियस लेके जाने हैं तो मतलब
अगर एक रेडाई तो अपन सिर्फ फ्लोएम मिल रहा है, ये एक तो सिर्फ जाइलम मिल रहा है। पूरे सिर्फ जाइलम है, पूरे फ्लोएम है, जाइलम फ्लोएम। बट दोनों एक रेडाई तो नहीं मिल रहे, मतलब डिफरेंट रेडाइस हैं। ता करके लिए अरेंजमेंट की बोला गया रेडियल, ये लॉन्गर रेडाई है। उसके बाद आंदे कंजॉइंट। कंजॉइंट की है कि अपने जो सेंटर है उन्होंने एक रेडियस ड्रॉ किया, तो ਉਹਦੇ जाइलम भी है फ्लोएम भी है, तो along the same रेडाई है, तो ਇਹਨੂੰ ਕੀ ਬੋਲਿਆ ਗਿਆ ਕੰਜॉइंट। ਉਸ ਤੋਂ ਇਲਾਵਾ ਹੁਣ ਕੰਜॉइंट ਬੰਡਲਸ ਦੇ ਅੰਦਰ ਅਗਰ ਕੈਂਬੀਅਮ ਪ੍ਰੈਜ਼ੈਂਟ ਹੋਵੇ ਤੇ ਇਹਨਾਂ ਨੂੰ ਕੀ ਬੋਲਦੇ हैं ओपन, ਤੇ ਅਗਰ ਐਬਸੈਂਟ ਹੋਵੇ ਤਾਂ ਕੀ ਬੋਲਾਂਗੇ ਕਲੋਜ਼ਡ। ਹੁਣ ਕਲੋਜ਼ਡ ਕਿਹਦੇ ਅੰਦਰ ਹੁੰਦਾ ਮੋਨੋਕॉट्स ਦੇ ਅੰਦਰ, ਤੇ ओपन ਕਿਹਦੇ ਅੰਦਰ ਹੋਏਗਾ डाइकॉट्स ਦੇ ਅੰਦਰ। ठीक है, the conjoined vascular bundles usually have phloem located on the outer, only on the outer side of xylem। की बोला गया जो फ्लोएम है वो ऑन द आउटर साइड ऑफ जाइलम है, मतलब दिस इज द सेंटर एंड दिस इज आउटसाइड, मतलब पूरे अपर एपिडर्मिस मिलेगा तो फिर आउटर एनवायरनमेंट मिल जाएगा। Another anatomy of dicotyledonous and monocotyledonous plants, ਇਹਦੇ ਅੰਦਰ ਕੀ ਆਏਗਾ enough for a better understanding of tissue system, tissue organization of roots, stems and leaves, it is convenient to study the transverse sections of mature zones। उन्हें ये चीज ध्यान रखना है, मेच्योर जोन्स बोले, मेच्योर जोन्स क्या बोले, मतलब पूरे मेरिस्टेमेटिक टिश्यू एब्सेंट होएगा या फिर इंटरकैलरी मेरिस्टम मिलेगा अपन को। ਹੁਣ ਆਂਦਾ डाइकोटिलेडनस रूट। सब तो पहला जो डाइकोटिलेडनस रूट है एक फिगर है उसमें सनफ्लावर रूट का दिखाया गया अपन को। द आउटमोस्ट लेयर इज एपिब्लेमा, की है जो आउटमोस्ट लेयर है वो केड़ी है एपिब्लेमा। तो many of the cells of epiblema protrude into form unicellular root hair। फिर उसके बाद आ जाते हैं कॉर्टेक्स। कॉर्टेक्स consists of several layers of thin walled parenchyma cells। कि अंदर कॉर्टेक्स अंदर thin walled parenchyma cells। ਹੁਣ ਆਪਣੇ ਉੱਪਰ ਡਿਸਕਸ ਕੀਤਾ ਸੀ ਕੁਝ ਗਰਾਊਂਡ ਟਿਸ਼ੂ, ਕਿ ਇਹਦੇ ਅੰਦਰ ਕੌਰਟੈਕਸ ਪੈਰੀਸਾਈਕਲ ਤੇ ਪਿਥ ਆਂਦਾ। ਤੇ ਕੌਰਟੈਕਸ ਉਹਨੇ ਆਪਾਂ ਨੇ ਡਿਸਕਸ ਕੀਤਾ ਕਿ ਆ ਗਿਆ ਕੌਰਟੈਕਸ, ਤੇ ਕੌਰਟੈਕਸ ਦੇ ਅੰਦਰ ਕੀ ਹੈ several layers of thin walled parenchyma cells with intercellular spaces। बनाने जो इनमोस्ट लेयर ऑफ कॉर्टेक्स है उन्हें क्या बोलते हैं एंडोडर्मिस। इनमोस्ट लेयर ऑफ कॉर्टेक्स it comprises of single layer of barrel shaped cells without any intercellular space। single layer of barrel shaped cells। ठीक है, ਹੁਣ ਆ ਜਾਂਦੇ कि इन्हों को tangential as well as radial walls of endodermal cells have deposition of water impermeable waxy material। ਹੁਣ ਇਹਨੂੰ ਧਿਆਨ ਨਾਲ ਦੇਖਣਾ ਕੀ ਬੋਲਿਆ ਗਿਆ कि water impermeable waxy material है suberin in form of Casparian strips। ठीक है, ਤੇ ਕਿੱਥੇ ਹੁੰਦੇ ਨੇ tangential as well as radial walls of endodermal cells ਤੇ। ਹੁਣ ਇੱਕ ਵਾਰ डायग्राम देखते हैं ਆਪਾਂ। ਜਿਹੜੇ डायग्राम है पहले टीएस ऑफ डाइकॉट है फिर मोनोकॉट है। डाइकॉट में प्राइमरी रूट था। ठीक है, ਜਿਹੜੀ ਹੁਣ डाइकॉट ਦਾ है ना, ਤੇ डाइकॉट ਦੇ ਅੰਦਰ ਸਭ ਤੋਂ ਪਹਿਲਾਂ ਆਪਾਂ ਨੇ ਕੀ ਦੇਖਿਆ, ਸਭ ਤੋਂ ਬਾਹਰ ਤਾਂ ਹੈ एपिडर्मिस। ਤੇ एपिडर्मिस ਦੀ यूनिसेलुलर एक्सटेंशंस अपन देख रहे कि सेम सेल है ਉਹਦੀ एक्सटेंशन है। ਤੇ रूट हेयर ਕੀ ਹੈ यूनिसेलुलर एक्सटेंशन ऑफ एपिडर्मिस। ਹੁਣ ਉਹਦੀ ਚੀਜ਼ ਇੱਕ ਹੋਰ ਧਿਆਨ ਦੇਣ ਵਾਲੀ ਜੀ आउटरमोस्ट लेयर है एपिब्लेमा, ਉਹੀ है ये वाली एपिडर्मिस। ਇਹਦੇ ਅੰਦਰ ਕੀ ਹੈ ਇਹਦੇ ਅੰਦਰ स्टोमेटा एब्सेंट होएगा whereas it will be present in stem। ਇਸ ਤੋਂ ਬਾਅਦ ਆ ਜਾਂਦਾ ਇਹਨਾਂ ਕੋਲ क्यूटिकल भी एब्सेंट होएगा। ठीक है, ਤੇ सिंगल लेयर होएगी, सिंगल लेयर टिश्यू। ये तो अपन लिख ही रही है कि सिंगल लेयर है, सिंगल लेयर है एंड इट इज आल्सो कॉल्ड राइजोडर्मिस। ठीक है, ਹੁਣ ਅੱਗੇ चलते हैं। ਹੁਣੇ आगे कॉर्टेक्स। ये कॉर्टेक्स जितना भी टिश्यू है ग्राउंड टिश्यू है, ये एपिडर्मल टिश्यू सिस्टम है, ये ग्राउंड टिश्यू सिस्टम है। ठीक है, ਹੁਣ ग्राउंड टिश्यू सिस्टम ये पूरा पूरे से लेके पूरे तक, मतलब बेसिकली दिस इज एपिडर्मिस। उसके बाद आ सारा ग्राउंड टिश्यू सिस्टम है। फिर उसके बाद ये इनरमोस्ट लेयर आ जाती है ਜਿਹੜੀ है एंडोडर्मिस। ठीक है, एंडोडर्मिस ਤੇ ਹੁਣ ਕੀ ਬੋਲਿਆ ਗਿਆ ਸੀ ਜੇ ਟੈਂਜੈਂਸ਼ੀਅਲ ਤੇ ਰੇਡੀਅਲ ਵਾਲਸ ਹੈ, मतलब कि
सपोज ये एंडोडर्मिस है, ये हो गया रेडियल वॉल। क्या अपन मैथ्स के अंदर पढ़े है कि जब में कोई सर्कल है, ये अगर रेडियस है ਉਹਦੇ along एक परपेंडिकुलर लाइन बनाए तो ਉਹਨੂੰ ਕੀ ਬੋਲਦੇ टेंजेंट। तो अगर आह चीज रेडियस है, ਇਹਦੇ along कुछ परपेंडिकुलर लाइन बनाए तो आ होगी टेंजेंशियल वॉल। इट इज जस्ट टू एक्सप्लेन कि टेंजेंशियल वॉल केड़ी है ਤੇ रेडियल वॉल केड़ी है। तो रेडियल वॉल है, टेंजेंशियल वॉल है। ठीक है, इन्हां ਦੋਨਾਂ ਦੇ ਉੱਤੇ ਕੀ ਹੁੰਦੀ ਹੈ डिपोजिशन ऑफ वाटर इम्परमेबल वैक्सी मटीरियल है। ਹੁਣ अगर देखा जाए अगर ये वाटर इम्परमेबल तो पानी किਵੇਂ अंदर जाएगा, क्योंकि ਜਿਹੜੀ वाटर एब्जॉर्प्शन है वो तो किਵੇਂ होगी, रूट है तो वाटर एब्जॉर्प्शन होगी अंदर जाएगा, फिर फ्लो ਹੁੰਦਾ है मेरिस्टेमेटिक टिश्यू सॉरी एपिडर्मल टिश्यू तो अंदर एब्जॉर्ब होके हो जाएगा कॉर्टेक्स के अंदर, तो कॉर्टेक्स से फिर जाके पहुंच जाएगा एंडोडर्मिस ਤੇ ਉਹ ਤਾਂ ਇੰਪਰਮੀਏਬਲ ਹੈ। ਤੇ ਉਸ ਤੋਂ ਬਾਅਦ एंडोडर्मिस ਦੇ ਅੰਦਰ पेरिसाइकिल है, ਤੇ पेरिसाइकिल ਦੇ ਵਿੱਚ at different locations ਕੀ प्रेजेंट है जाइलम ਤੇ फ्लोएम। तो फिर एब्जॉर्प्शन किਵੇਂ ਹੋਏਗੀ, ਹੁਣ ਉਹ ਚੀਜ਼ ਦੇਖਦੇ ਹਾਂ। ਹੁਣ ਕੀ ਬੋਲਿਆ ਗਿਆ ਕਿ next to endodermis lies a few layer of thick walled parenchymatous cells referred to as pericycle। ये भी ग्राउंड टिश्यू सिस्टम है। ठीक है, की है thick walled parenchymatous cells। Initiation of lateral root and vascular cambium during the secondary growth takes place in these cells। तब हम पेरिसाइकिल ਦਾ फंक्शन की है कि इन्होंने अंदर इनिशिएशन ऑफ लैटरल रूट्स जब हो गया तो वैस्कुलर कैम्बियम हो गया ड्यूरिंग सेकेंडरी ग्रोथ टेक्स प्लेस इन दीस सेल्स। क्या ਹੁੰਦਾ है हमें मतलब याद करने ਲਈ ਜਾਂ ਸਮਝਣ ਲਈ ਕਿਵੇਂ ਹੈ कि जब हम फ्लोएम जाइलम है आ फ्लोएम हो गए अकॉर्डिंग टू लेबलिंग, जब आ फ्लोएम हो गया या जाइलम हो गया या फिर आ जाइलम हो गया। ठीक है, तो की ਦਿੱਤਾ ਗਿਆ ਉਹਦੇ कि इन्होंने बीच अगर कैम्बियम प्रेजेंट है या उरे कैम्बियम प्रेजेंट है तो ओवरऑल अगर देखे जो है तो पेरिसाइकिल के अंदर ही ਤਾਂ ਕਰਕੇ पेरिसाइकिल ਦਾ फंक्शन की बोलिया कि अगर वैस्कुलर कैम्बियम होवे या फिर लैटरल रूट से ग्रोथ होवे ਉਹ पेरिसाइकिल तो ही टेक प्लेस करके बाहर ਦੀ तरफ ग्रो ਹੁੰਦੇ ਆ। ਹੁਣ ਇੱਕ ਪਿਥ ਆ ਗਿਆ, ਪਿਥ ਕੀ ਹੁੰਦਾ ਹੈ ਸੈਂਟਰਲ ਪਾर्ट पूरा सब तो मोस्ट कोई भी हमें अपन ਨੂੰ एंडोडर्मिस मिल रहा है वैस्कुलर बंडल मिल रहा है तो हमें सेंट्रल पार्ट ओके हो गया पिथ। ਹੁਣ ਜਿਹੜਾ ਪਿਥ ਹੈ ਉਹ ਕੀ ਹੁੰਦਾ स्मॉल इनकॉन्सिक्वेंस मतलब कि डिस्टिंग्विशेबल नहीं ਹੁੰਦਾ। पैरेंकाइमेटस सेल्स ਹੁੰਦੇ ਨੇ which lie between xylem and phloem are conjunctive tissue। conjunctive tissue ਕੀ ਹੈ ਤੇ ਪਿਥ ਕੀ ਹੈ, ਇਸ ਤੋਂ स्मॉल इनकॉन्सिक्वेंस ਹੁੰਦਾ ਤੇ ਉਸ ਤੋਂ ਬਾਅਦ ਕੁਝ पैरेंकाइमेटस सेल्स ਹੁੰਦੇ ਨੇ xylem and phloem ਦੇ ਵਿੱਚ, ਉਹਨਾਂ ਨੂੰ ਕੀ ਬੋਲਦੇ conjunctive tissue। ਹੁਣ ਅੱਗੇ ਆ ਜਾਂਦੇ ਕਿ ਜਿਹੜਾ xylem है वो यूजुअली 2 to 4 ਹੁੰਦੇ ਨੇ and phloem ਦੇ patches present ਹੁੰਦੇ ਨੇ। later a cambium ring develops between xylem and phloem। ਇਹ ਬਾਅਦ ਚ ਹੁੰਦੀ ਹੈ after secondary growth। secondary growth ਜਦੋਂ start ਹੁੰਦੀ ਹੈ ਉਸ ਟਾਈਮ ਤੇ cambium formation ਹੁੰਦੀ ਹੈ root ਦੇ ਅੰਦਰ। ਇਹ ਚੀਜ਼ ਧਿਆਨ ਰੱਖੋ, ਹੁਣ ਜਿੰਨੇ ਵੀ ਆਪਾਂ डिस्कशन कर रहे रूट ਦੇ ਅੰਦਰ, ਇਸ ਤੋਂ ਬਾਅਦ ਆਪਾਂ ਸ਼ੂਟ ਵੀ ਡਿਸਕਸ ਕਰਾਂਗੇ ਜਾਂ ਫਿਰ stem मतलब मैं दोनों में कंफ्यूज नहीं करना। की बोलिया गया ਜਿਹੜਾ कैम्बियम रिंग है वो बाद ਚ डेवलप ਹੁੰਦੀ ਹੈ ਫਲੋएम ਤੇ xylem ਦੇ ਵਿੱਚ। ਜਿਹੜਾ all the tissues on the inner side of endodermis such as pericycle vascular bundle pith are called as stele। मतलब endodermis के अंदर जितना भी टिश्यू है वो सब लोग ਕੀ बोलते हैं स्टील बोलते हैं। तो मतलब स्टील की क्या है inner side of endodermis है मतलब pericycle is also within endodermis, मेटाजाइलम एंड प्रोटोजाइलम इज विदिन एंडोडर्मिस, पिथ इज विदिन एंडोडर्मिस ते फ्लोएम भी। ये पूरा की हो गया स्टील। लगे आ जाते मोनोकॉट रूट द टीएस। द एनाटॉमी ऑफ मोनोकॉट रूट इज सिमिलर टू द डाइकॉट रूट इन मेनी एस्पेक्ट्स, इन मेनी रिस्पेक्ट्स। ठीक है, ਹੁਣ ਇਹਨਾਂ ਦੇ ਅੰਦਰ ਕਾਫੀ ਸਿਮਿਲੈਰਿਟੀ ਹੈ ਤੇ ਡਿਫਰੈਂसेस ਕਿਵੇਂ ਹੈ। इट हैज एपिडर्मिस, कॉर्टेक्स, एंडोडर्मिस, पेरिसाइकल, वैस्कुलर बंडल एंड पिथ। सारे टिश्यूज बोले गए तो ऑब्वियसली सेम है दोनों ਦੇ ਵਿੱਚ। ਹੁਣ ਡਿਫਰੈਂਸ ਕਿੱਥੇ ਆ ਜਾਂਦੇ, ਡਿਫਰੈਂਸ ਕੁਝ ਹਨ ਇਹਨਾਂ ਦੀ ਬੰਡਲ ਦੀ ਅਰੇਂਜਮੈਂਟ ਦੇ ਅੰਦਰ ਕਿ ਬੰਡਲਸ ਦੀ ਵੈਸਕੂਲਰ ਬੰਡਲਸ ਦੀ ਅਰੇਂਜਮੈਂਟ ਕਿਵੇਂ ਹੁੰਦੀ ਹੈ ਤੇ ਕੀ ਹੁੰਦਾ। ਉਸ ਤੋਂ ਬਾਅਦ ਹੁਣ ਆਏਗਾ ਕਿ ਐਸ ਕੰਪੇਅਰ ਟੂ ਦ ਡਾਈਕॉट रूट which has fewer xylem bundles। ਡਾਈਕॉट रूट ਦੇ ਅੰਦਰ ਕੀ ਹੁੰਦਾ fewer xylem bundles
they are usually more than 6 मतलब ਉਹਦੇ xylem ਦੇ ਜਿਹੜੇ bundles ਹੈ ਉਹਨਾਂ ਨੂੰ ਕੀ ਬੋਲਦੇ polyarch. The pith is also large and well developed. ऊपर अपन बोले small and inconspicuous है मतलब कि अपन differentiate नहीं कर सकते हैं. A bit small and inconspicuous. When your monocotyledonous root है, it does not undergo any secondary growth. ठीक है. ताई की क्या है? सब तो बाहर एपिडर्मिस है और जो यूनिसेलुलर इलोंगेशन है रूट है उसके अंदर आएगा कॉर्टेक्स फिर कॉर्टेक्स की इनरमोस्ट लेयर आएगी एंडोडर्मिस इससे इनरमोस्ट लेयर ऑफ कॉर्टेक्स एंडोडर्मिस के अंदर क्या आएगा उरे भी टेंजेंशियल द रेडियल वॉल्स की डिपोजिशन प्रेजेंट होएगी उसके अंदर आएगा पेरिसाइकिल के अंदर की अंदर जाइलम बंडल्स प्रोटोजाइलम मेटाजाइलम ਤੇ ਫਲੋਇਮ ਤੇ ਉਸ ਤੋਂ ਬਾਅਦ ਸੈਂਟਰ ਹੁੰਦਾ ਕੀ ਹੁੰਦਾ ਪਿਥ ਤੇ ਪਿਥ ਕੀ ਹੁੰਦਾ ਲਾਰਜ ਹੁੰਦਾ ਡਿਸਟਿੰਗੁਇਸ਼ੇਬਲ ਹੁੰਦਾ ਤੇ ਪ੍ਰੋਪਰਲੀ ਡਿਵੈਲਪਡ ਹੁੰਦਾ ਆਪਣੇ ਕੀ ਹੋ ਗਏ ਟ੍ਰਾਂਸੈਕਸ਼ਨਸ ਆਫ डायकॉट ਤੇ मोनोकॉट अगर अपन रिवाइज करना होगा जिन्हें अच्छी तरह याद करना होगा तो सब तो पहला कोई भी अगर क्रॉस सेक्शन है या फिर आउटर वॉल ऑफ प्लांट है सब तो बाहर की प्रेजेंट होंगे एपिडर्मिस तो सब तो पहला ਆਪਾਂ ਕੀ ਬਣਾਵਾਂਗੇ एपिडर्मिस ਹੁਣ एपिडर्मिस ਦੇ ਅੰਦਰ ਆਪਾਂ ਕੁਝ ਪੜ੍ਹੇਗੇ ਕੁਝ ਇਲੋਂਗੇਸ਼ਨਸ ਵੀ ਹੁੰਦੀਆਂ ਨੇ हेयर ਲਾਈਕ ਸਟਰਕਚਰ ਪ੍ਰੈਜ਼ੈਂਟ ਹੁੰਦੇ ਨੇ ਤਾਂ ਅਗਰ रूट ਦਾ टीएस बना रहे हैं ਤਾਂ ਆਪਾਂ ਕੀ ਬਣੇਗਾ रूट हेयर ठीक है हम उसके बाद अंदर की प्रेजेंट होंगे कॉर्टेक्स एपिडर्मिस के अंदर होएगा कॉर्टेक्स प्रेजेंट बहुत सारे सेल्स प्रेजेंट होंगे ये थोड़ा elongated या फिर टाइटली पैक्ड एवं होंगे ने ठीक है फिर उसके बाद यदि आती इनरमोस्ट लेयर ऑफ एंडोडर्मिस इनरमोस्ट लेयर ऑफ एंडोडर्मिस की होंगी सॉरी कॉर्टेक्स की होंगी एंडोडर्मिस ठीक है उसके अंदर क्या आ जाएगा पेरिसाइकिल तो पेरिसाइकिल दे लॉन्ग की प्रेजेंट होंगे जाइलम ते फ्लोएम ते ਜਿਹੜਾ जाइलम है डायकॉट्स में ਉਹਦੇ ਅੰਦਰ ਕਿੰਨੇ ਬੰਡਲਸ ਹੋਣਗੇ ਉਹਦੇ ਬੰਡਲਸ ਹੋਣਗੇ 2 to 4 ਬਟ whereas ਜਿਹੜਾ मोनोकॉट्स ਦਾ जाइलम है ਉਹਦੇ ਅੰਦਰ ਕੀ ਪ੍ਰੈਜ਼ੈਂਟ ਹੁੰਦਾ more than 6 ਤਾਂ ਇਹ ਨਾਲ ਪੂਰਾ ਡਿਸਕਸ ਹੋ ਜਾਂਦਾ ਆਪਣਾ ਰੂਟ ਦਾ ਟੀਐਸ ਹੁਣ ਆਪਾਂ ਅੱਗੇ ਚੱਲਦੇ ਹਾਂ ਡਾਇਕੋਟਿਲੇਡਨਸ ਸਟੈਮ ਦਾ ਟੀਐਸ ਡਿਸਕਸ ਕਰਦੇ ਹਾਂ ਹੁਣ ਉੱਪਰ ਥੋੜੀ ਚੀਜ਼ਾਂ ਹੈ ਜਿਹੜੇ ਇੱਕ ਵਾਰ ਆਪਾਂ ਵਾਪਸ ਦੇਖ ਲੈਂਦੇ ਹਾਂ ਕਿ ਕਿਹਦੇ ਨਾਲ ਕਿਹੜਾ ਟਿਸ਼ੂ ਟਾਈਪ ਹੁੰਦਾ ਹੁਣ ਜਿਹੜਾ ਕੌਰਟੈਕਸ ਹੈ ਉਹਦੇ ਅੰਦਰ ਪੈਰੇਨਕਾਈਮਾ ਸੀਗਾ ਠੀਕ ਹੈ क्लोरोप्लास्ट एब्सेंट ਹੁੰਦਾ कॉर्टेक्स ਦੇ ਅੰਦਰ ਫਿਰ ਇਸ ਤੋਂ ਬਾਅਦ ਆ ਜਾਂਦਾ ਆਪਣਾ ਜਿਹੜਾ पेरिसाइकिल है पेरिसाइकिल ਕੀ ਹੁੰਦਾ प्रोजेनकाइमा ਹੁੰਦਾ which is a modification of parenchyma ਇਹ ਜ਼ਿਆਦਾ ਇੰਪੋਰਟੈਂਟ ਨਹੀਂ ਹੈ ਫਿਰ ਉਸ ਤੋਂ ਬਾਅਦ ਆ ਜਾਂਦਾ ਕਿ ਕੁਝ ਜਿਹੜੀ ਲੈਟਰਲ ਤੇ ਐਡਵੈਂਟੀਸ਼ੀਅਸ ਰੂਟਸ ਹੁੰਦੀਆਂ ਨੇ ਨਾ ਉਹ ਐਂਡੋਜੀਨਸ ਨੋਡ origin ਹੁੰਦੀਆਂ ਨੇ ਉਹਦੇ ਆਪਾਂ ਨੇ ਪੜਿਆ ਕਿ ਜਿਹੜੇ ਸੈਕੰਡਰੀ ਰੂਟਸ ਹੈ ਫਿਰ ਲੈਟਰਲ ਰੂਟਸ ਦੀ डेवलपमेंट होती है ग्रोथ होती है पेरिसाइकिल तो होती है पेरिसाइकिल इज एन इनर स्ट्रक्चर तो उन्हें की बोला कि एंडोजीनियस ग्रोथ ठीक है तो बिकॉज दे अराइज फ्रॉम स्टेलर रीजन मतलब स्टील है और अंदर अराइज होंगे स्टेलर रीजन तो ठीक है फिर वेरस जो लैटरल ब्रांचेस होंदियां ने मतलब स्टेम तो वो की होंदियां ने एक्सोजीनस इन ऑर्डर exogenous in origin ये तो endogenous in growth या फिर origin ਹੁੰਦੀਆਂ ਨੇ whereas ਜਿਹੜੀ branches ਹੁੰਦੀਆਂ ਨੇ ਉਹ exogenous ਹੁੰਦੀਆਂ ਨੇ ਤੇ ਉਹਨਾਂ ਨੂੰ extrastellar region ਤੋਂ ਮਿਲਦੀਆਂ ਨੇ ਬਣਾਏਗਾ dicotyledonous stem ਇਹਨਾਂ ਦਾ TS ਕਿਵੇਂ ਰਹਿੰਦਾ ਹੁਣ a typical young stem dicotyledonous stem show epidermis as an outermost protective layer of the stem. It is covered by a thin layer of cuticle. Which may have trichomes and fused stomata. Stomata mostly कितने present होंगे ने leaf ते. अगर पूरे की वो लगे fused stomata. तो नगी आंधे जिधर cells होंगे ने वो arranged होंगे ने multiple layers के अंदर. Between epidermis and pericycle and constitute the cortex. Multiple layers are arranged only between epidermis and pericycle and it constitutes the cortex. ठीक है
Neonatal consists of 3 subzones. The outer hypodermis, ਇਹਨਾਂ ਦੇ ਅੰਦਰ ਕੀ ਹੁੰਦੇ few layers of collen-gymatous cells. Few layers of collen-gymatous cells just below the epidermis. ਕੀ ਕਰਦੇ mechanical strength ਦਿੰਦੇ young stem ਨੂੰ. Young stem ਵੀ ਦੇਖਿਆ ਹੋਵੇਗਾ ਬਹੁਤ flexible ਹੁੰਦੇ, easily ਨਹੀਂ ਟੁੱਟਦਾ ਹੈ, easily ਤੁਸੀਂ ਉਹਨੂੰ ਹੱਥ ਨਾਲ ਨਹੀਂ ਤੋੜ ਸਕਦੇ ਹੋ। ਤਾਂ ਕਿਉਂ ਹੁੰਦੇ ਉਹ? ਕਿਉਂਕਿ ਉਹਦੇ ਕੋਲ collen-gymatous cells ਹੁੰਦੇ ਨੇ hypodermis ਦੇ ਅੰਦਰ। फिर आ जाते हैं cortical layers below hypodermis. Cortical layers below hypodermis consist in round, thin-walled parenchymatous cells with conspicuous intercellular spaces. मतलब conspicuous मतलब visible proper. इनके कोल round parenchymatous cells होंगे with conspicuous intercellular space. जिसके बाद innermost layer फिर की आ जाएगी endodermis. ठीक है? The cells of endodermis are rich in starch grains and the layer is also referred to as starch sheath. जो endodermis है उन्हें starch sheath भी बोलते हैं। जो roots थे उन्हें अंदर कुछ हमें wax deposits सीगे सुपर अंदर। उन्हें की बोलते सीगे Casparian strips. But whereas जो water impermeable सीगे, whereas stem के अंदर उन्हें कुछ starch deposition होती है तो की बोलते हैं starch sheath। उन्हें अंदर pericycle, जो pericycle है ना वो present on the inner side of endodermis and above the phloem in the present on the inner side of endodermis above the phloem in the form of semilunar patches of sclerenchyma. मतलब जो pericycle tissue है पूरे मतलब stems के अंदर वो की होंगे हैं sclerenchymus के patches होंगे हैं, whereas roots के अंदर वो की होंगे हैं prosenchyma. Prosenchyma is a modification of parenchyma. Okay, in between the vascular bundles, there are a few layers of radially placed parenchymatous cells which constitute the medullary rays. ਹੁਣ ਇਹ ਸਭ ਸਮਝਣ ਲਈ ਇੱਕ ਵਾਰ ਆਪਾਂ ਫੇਰ ਤੋਂ ਆਪਾਂ ਡਾਇਗਰਾਮ ਨੂੰ ਰੈਫਰ ਕਰਾਂਗੇ। ਤੇ ਸਭ ਤੋਂ ਪਹਿਲਾਂ ਇਹ ਹੈ ਲੌਂਗਿਟਿਊਡ मतलब क्रॉस सेक्शन एक क्रॉस सेक्शन एक छोटा पार्ट है ये, ठीक है। ਹੁਣ ਆਏਗਾ कि सब तो बाहर तो एपिडर्मिस है, एपिडर्मिस ਤੇ ਉਹਨਾਂ ਦੀ ਐਕਸਟੈਂਸ਼ਨਸ ਕੀ ਹੈ ਐਪੀਡਰਮਲ ਹੈयर ਜੋ ਟ੍ਰਾਈਕੋਮ ਵੀ ਹੋ ਸਕਦੀ ਹੈ। ਹੁਣ ਉਹਦੇ ਅੰਦਰ ਕੀ ਹੋਏਗਾ ਹਾਈਪੋਡਰਮਿਸ which is a part of cortex. ਹਾਈਪੋਡਰਮਿਸ ਦੇ ਅੰਦਰ ਕੀ ਹੋਏਗਾ ਪੈਰੇਨਕਾਈਮਾ which are layers of cortex, middle layer of cortex। ਫਿਰ ਸਭ ਤੋਂ ਬਾਅਦ ਅੰਦਰ ਆਏਗਾ एंडोडर्मिस, ये पूरा की हो गया कॉर्टेक्स, ठीक है। तो एंडोडर्मिस के अंदर की होंगे स्टार्च डिपॉजिट जेडे की बनाने स्टार्च शीट, ठीक है। ਹੁਣ आएगा आगे अंदर की मिले आपको पेरिसाइकिल की बोले से पेरिसाइकिल इज विद इन एंडोडर्मिस, बोले ध्यान देखो विद इन एंडोडर्मिस ते अबव फ्लोएम है तीन फॉर्म ऑफ सेमी ल्यूनर पैचेस होंगे ने और स्क्लेरेन्काइमा। अपन दिख रहे कि ये सेमी ल्यूनर पैचेस है स्क्लेरेन्काइमा के बिलो फ्लोएम। तो मतलब ये पूरा है वैस्कुलर बंडल है ते ऊपर फ्लोएम होएगा ते अंदर जाइलम होएगा। ਤਾਂ ਹੁਣ ਜਿਹੜੇ ਵੈਸਕੂਲਰ ਬੰਡਲਸ ਹੈ ਉਹਨਾਂ ਦੇ ਵਿੱਚ ਜਿਵੇਂ ਕਿ ਇਹ ਚੀਜ਼ ਕੁਝ ਪੈਰੇਨਕਾਈਮੇਟਸ ਸੈਲਸ ਪ੍ਰੈਜ਼ੈਂਟ ਹੁੰਦੇ ਨੇ ਤੇ ਉਹਨਾਂ ਨੂੰ ਕੀ ਬੋਲਦੇ ਨੇ ਮੈਡੂਲਰੀ ਰੇਸ। ਤੇ ਉਹੀ ਉਹਦੇ ਗੱਲ ਕੀਤੀ ਗਈ ਆ ਕਿ ਵੈਸਕੂਲਰ ਬੰਡਲਸ ਦੇ ਵਿੱਚ ਫਿਊ ਲੇਅਰਸ ਆਫ ਰੇਡੀਅਲੀ ਪਲੇਸਡ ਪੈਰੇਨਕਾਈਮੇਟਸ ਸੈਲਸ। ਹੁਣ ਰੇਡੀਅਲੀ ਕਿਉਂ ਬੋਲਿਆ ਗਿਆ? ਅਗੇਨ ਇਹ ਸੈਂਟਰ ਹੈ ਅਗਰ ਕ੍ਰਾਸ ਸੈਕਸ਼ਨ ਦਾ ਉਹ ਇੱਕ ਰੇਡਾਈ ਡਰਾ ਕੀਤਾ तो along the radius है, फिर एक रेडाई ड्रॉ किया तो along the radius है, ठीक है। अगर सर्कुलर अरेंजमेंट होंगी तो एम अरेंजमेंट होंगी कि उरे प्रेजेंट है फिर उसके बाद उरे प्रेजेंट है बट अब बीच वाले एरिया के अंदर नहीं प्रेजेंट, उन्होंने की बोलते हैं सर्कुलर अरेंजमेंट। बट एक है रेडियल अरेंजमेंट, उनके लार्ज नंबर ऑफ वैस्कुलर बंडल्स आर अरेंज्ड इन अ रिंग की होंगी है वैस्कुलर बंडल्स arranged in the ring है। The ring arrangement of vascular bundle is characteristic of dicot stem, ठीक है। Each vascular bundle is conjoint open with endarched protoxylem। endarched ਤੇ exarched ਕੀ ਹੁੰਦਾ? ਇਹ ਜਦੋਂ ਆਪਾਂ protoxylem मतलब xylem डिस्कस कर रहे ਸੀਗੇ ਇਹ xylem, ਇਹ xylem ਦੇ fibers ਹੈ ਤੇ ਹੁਣ xylem ਉਸ ਤੋਂ ਬਾਅਦ protoxylem ਤੇ metaxylem ਦੇ बेसिस से भी डिवाइडेड है। ਹੁਣ ਅਗਰ ਹੁਣ on the basis कि प्रोटोजाइलम ਤੇ मेटाजाइलम ਦੀ अरेंजमेंट ਕਿਵੇਂ ਹੈ
ਉਹਦੇ ਬੇਸਿਸ ਤੇ ਜਾਂ ਤਾਂ ਐਂਡਾਰਚ ਬੰਡਲਸ ਹੁੰਦੇ ਨੇ ਜਾਂ ਫਿਰ ਐਗਜ਼ਾਰਚ ਬੰਡਲਸ ਹੁੰਦੇ ਨੇ। ਹੁਣ ਐਂਡਾਰਚ ਦਾ ਮਤਲਬ ਹੈ ਕਿ ਜਦੋਂ ਜਿਹੜਾ ਪ੍ਰੋਟੋਜ਼ਾਈਲਮ ਹੈ ਉਹ ਲਾਈਜ਼ ਟੁਵਰਡਸ ਦ ਸੈਂਟਰ ਐਂਡ ਦੀ ਮੈਟਾਜ਼ਾਈਲਮ ਟੁਵਰਡਸ ਦੀ ਪੈਰੀਫੇਰੀ, ਉਹਨੂੰ ਬੋਲਦੇ ਆ ਐਂਡਾਰਚ। ਐਂਡਾਰਚ ਪ੍ਰੋਟੋਜ਼ਾਈਲਮ ਕੀ ਹੈ ਟੁਵਰਡਸ ਦੀ ਸੈਂਟਰ ਤੇ ਮੈਟਾਜ਼ਾਈਲਮ ਹੈ पेरिफेरल। मेरा एग्जार्च की हो गया जो प्रोटोजाइलम है वो पेरिफेरल है तो मेटाजाइलम ਜਿਹੜਾ है वो सेंट्रल है। ठीक है, ਹੁਣ ਅੱਗੇ ਕੀ ਆਏਗਾ, ਹੁਣ ਇਹਨੂੰ ਯਾਦ ਕਿਵੇਂ ਕਰਨਾ। ਜਿਹੜਾ एंडार्च है ना, इट इज आल्सो कॉल्ड एज सेंट्रीफ्यूगल। ਹੁਣ एक बार आप और एक थोड़ा क्रॉस सेक्शन बना के देखते हैं, देखो। ठीक है, हम की बोलेंगे प्रोटोजाइलम टुवर्ड्स द सेंटर, दिस इज प्रोटोजाइलम, this is metaxylem. Protoxylem is first formed, ये first ਹੁੰਦਾ later, उसके बाद जितने भी सारे बंडल्स आते हैं। ठीक है, तो मतलब this is old and this one is new metaxylem। तो जो डायरेक्शन की जा रही है बाहर की तरफ, तो करके एंडार्च इज आल्सो कॉल्ड सेंट्रीफ्यूगल या फिर एंडार्च। वेरस ਜਿਹੜਾ एग्जार्च है यही है मेटाजाइलम, ते है प्रोटोजाइलम। Protoxylem was first formed and it is moving towards metaxylem, मतलब towards center। या फिर ਜਿਹੜਾ एग्जार्च है उन्हें सेंट्रीपिटल भी बोलते हैं। एग्जार्च से एंडार्च क्या मतलब, प्रोटोजाइलम फर्स्ट वाला अंदर सीगा तो एंडार्च, प्रोटोजाइलम फर्स्ट वाला सेकंड से बाहर सीगा तो एग्जार्च। ठीक है, ਹੁਣ ਵਾਪਸ ਆਪਾਂ TS और स्टेम ਤੇ ਆ ਜਾਂਦੇ ਹਾਂ। ਹੁਣ ਉਹਦੇ ਕੀ ਬੋਲਿਆ ਗਿਆ ਕਿ ਜਿਹੜੇ ਵੈਸਕੂਲਰ ਬੰਡਲਸ ਹੁੰਦੇ ਨੇ ਉਹ ਕੰਜੁਆਇੰਟ ਹੈ। ਕੰਜੁਆਇੰਟ ਮਤਲਬ ਕਿ हमें रेडियल प्लेसमेंट होना जी, सेम रेडाई ते है, डिफरेंट रेडाई ते नहीं है। ओपन ओपन का मतलब कैम्बियम प्रेजेंट है। एंडार्च प्रोटोजाइलम मतलब की है प्रोटोजाइलम अंदर है, मेटाजाइलम बाहर है। ठीक है, तो हम लार्ज नंबर ऑफ राउंडेड पैरेन्काइमेटस सेल्स विद लार्ज इंटरसेलर स्पेसेस, लार्ज है, राउंड है, पैरेन्काइमेटस है, इंटरसेलर स्पेसेस है, सेंट्रल पोर्शन ऑफ द स्टेम ऑक्यूपाई कर दे इट। ठीक है, यहाँ पे एक बार डायग्राम देखते हैं पूरा। सब तो बाहर आपने मिला एपिडर्मिस, कि वो एपिडर्मल अपेंडेजेस है ट्राइकोम, उसके अंदर अपन मिली कॉलेनकाइमा। कॉलेनकाइमा की है हाइपोडर्मिस, पैरेन्काइमा लेयर्स ऑफ कॉर्टेक्स, एंडोडर्मिस इनर मोस्ट लेयर, ये पूरा की है कॉर्टेक्स। उसके बाद अंदर की आएगा पेरिसाइकिल इन सेमिल्यूनर पैचेस। ठीक है, ये पूरा है क्रॉस सेक्शन जो आप देख रहे हो। तो अंदर जामा क्यों क्या आएगा पेरिसाइकिल, फिर उसके बाद आएगा फ्लोएम। पेरिसाइकिल के अंदर की है फ्लोएम, तो है फ्लोएम। फ्लोएम के अंदर और है जाइलम, बट उन्होंने बिच क्योंकि डायकोट स्टेम है, ओपन है, वैस्कुलर बंडल्स की प्रेजेंट होएगा कैम्बियम। उन्होंने बंडल्स भी एंडार्च है, तो मतलब जो प्रोटोजाइलम है टुवर्ड सेंटर होएगा तो मेटाजाइलम बाहर होएगा। तो उसके अलावा की बचा पिट, जहाँ पे देख सकते हो कुछ कुछ इंटरसेलर स्पेसेस दिखाने की कोशिश की गई है। सो दिस इज द टीएस ऑफ डायकॉट स्टेम। ਹੁਣ ਆਪਾਂ ਦੇਖਦੇ ਹਾਂ ਮੋਨੋਕॉट स्टेम ਦਾ टीएस ਕੀ ਹੈ। ਜਿਹੜਾ ਮੋਨੋਕॉट स्टेम ਹੈ ਉਹਦੇ ਕੋਲ ਕੀ ਹੁੰਦੀ ਹੈ ਸਕਲੈਰਨਕਾਈਮੇਟਸ, ਰਾਦਰ ਦੈਨ ਕੋਲਨਕਾਈਮੇਟਸ ਦੀ ਜਗ੍ਹਾ ਸਕਲੈਰਨਕਾਈਮੇਟਸ ਹਾਈਪੋਡਰਮਿਸ ਹੁੰਦਾ ਹੈ। ਇਹਨਾਂ ਕੋਲ ਕੀ ਹੁੰਦਾ ਲਾਰਜ ਨੰਬਰ ਆਫ ਸਕੈਟਰਡ ਵੈਸਕੂਲਰ ਬੰਡਲਸ। ਇਹਨਾਂ ਕੋਲ ਇੱਕ ਸਪੈਸਿਫਿਕ ਅਰੇਂਜਮੈਂਟ ਨਹੀਂ ਹੈ, ਰਾਦਰ large number of scattered vascular bundles है, each surrounded by a sclerenchymatous bundle sheath। तो नेचर्स भी important आ जाती है बहुत कि बोलेंगे large number of scattered vascular bundles है, तो उन्हें जो जेड़ा हर एक vascular bundle है each is surrounded by a sclerenchymatous bundle sheath। ते large conspicuous parenchymatous ground tissue है। तो जेड़ा vascular bundles हो कि उन्हें conjoined है and closed है। ठीक है, ऊपर वाले जो वैस्कुलर बंडल से डायकॉट्स थे वो एंडार्च एग्जार्च भी दस्या गया ਸੀਗਾ।
सिर्फ कंजॉइंट ਤੇ क्लोज बोला गया है ਤੇ ਇਹਨਾਂ ਕੋਲ ਕੁਝ ਰਿੰਗ ਅਰੇਂਜਮੈਂਟ ਨਹੀਂ ਹੈ ਰਿੰਗ ਅਰੇਂਜਮੈਂਟ ਕਿੱਥੇ ਹੋਏਗੀ ਡਾਇਕॉर्ड्स ਦੇ ਅੰਦਰ ਉਹਦੇ ਕੀ ਹੈ ਸਕੈਟਰਡ ਵੈਸਕੂਲਰ ਬੰਡਲਸ ਹੈ मतलब पेरिफेरल वैस्कुलर बंडल्स है वो स्मॉलर होंगे एंड देन द सेंट्रली लोकेटेड जो फ्लोएम है इज एब्सेंट फ्लोएम पैरेन्काइमा is absent and water containing cavities are present within the vascular bundles फ्लोएम एक एलिमेंट है फ्लोएम पैरेन्काइमा तो वो एब्सेंट होएगा and water containing cavities are present within the vascular bundles लगे वाटर कंटेनिंग कैविटीज है वो प्रेजेंट होंगे वैस्कुलर बंडल के अंदर वो एक बार हम डायग्राम के थ्रू देखते हैं सब तो बाहर की है एपिडर्मिस आउटरमोस्ट लेयर फिर क्या आएगा अंदर हाइपोडर्मिस ठीक है ਹੁਣ पूरे ग्राउंड टिश्यू है तो ये ना स्कैटर्ड वैस्कुलर बंडल्स अपन दिख रहे हैं ਜਿਹੜੇ जाइलम एंड फ्लोएम है उनमें कंजॉइंट होंगे जाइलम प्रेजेंट है फ्लोएम प्रेजेंट है तो बीच कैम्बियम नहीं है तो फिर क्लोज वैस्कुलर बंडल्स है जो अपन दिख रहे हैं सेंट्रली लोकेटेड ये थोड़े लार्ज इन साइज है वेरस ये पेरिफेरल लोकेटेड तो ठीक है अगर ये एक स्मॉल सेक्शन देखिए आपको तो एपिडर्मिस है फिर हाइपोडर्मिस है फिर हमें पूरा ग्राउंड टिश्यू स्कैटर्ड है और इधर अपन वैस्कुलर बंडल्स दिख रहे हैं these are vascular bundles ठीक है इधर the phloem to xylem present है with no cambium which means a vascular bundles है closed है so with this all we'll end today's session थोड़ा difficult है समझना या फिर याद करना but जनरल में अपन हमेशा डायग्राम का कोरिलेशन करके ही समझना ता करके एक अंडरस्टैंडिंग डेवलप होएगी rather than पूरे इंफॉर्मेशन ਨੂੰ ਰੱਟਾ ਮਾਰ ਕੇ ਯਾਦ ਰੱਖਣ ਦੀ ਜਗ੍ਹਾ ਤੇ ਜਦੋਂ ਵੀ ਆਪਾਂ ਡਾਇਗਰਾਮ ਨਾਲ ਹਮੇ ਸਾਈਮਲਟੇਨੀਅਸਲੀ ਉਹਨੂੰ ਰੈਫਰੈਂਸ ਲੈ ਕੇ ਸਮਝਾਂਗੇ ਤੇ ਯਾਦ ਕਰਾਂਗੇ ਤਾਂ ਕਰਕੇ ਬਹੁਤ ਅੱਛੇ ਕਨਸੈਪਟਸ ਬਣਨਗੇ ਤੇ ਕੁਐਸਚਨਸ ਦੇ ਅੰਦਰ ਵੀ ਬਹੁਤ ਘੱਟ ਗਲਤੀਆਂ ਹੋਣਗੀਆਂ ਸੋ ਵਿਦ ਦਿਸ ਵੀਲ ਐਂਡ ਟੁਡੇਜ਼ ਸੈਸ਼ਨ ਹੈਵ ਅ ਗੁੱਡ ਡੇ ਹੈਪੀ ਲਰਨਿੰਗ